ਸ਼ਲੋਕ ਮਹਿਲਾ ਤੀਜਾ। ਸਤਿਗੁਰ ਤੇ ਜੋ ਮੂੰਹ ਫਿਰੇ ਸੇ ਬੱਧੇ ਦੁੱਖ ਸਹਾਹੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਡੇ ਦੁੱਖਾਂ ਦਾ ਕਾਰਨ ਦੱਸ ਰਹੇ ਨੇ ਕਿ ਸਾਡੇ ਦੁੱਖਾਂ ਦਾ ਕਾਰਨ ਕੀ ਹੈ। ਕਿ ਆਮ ਜੋ ਇਨਸਾਨ ਹੈ ਦੁੱਖਾਂ ਦੇ ਵਿੱਚ ਬੱਧਾ ਹੋਇਆ ਦੁੱਖ ਸਹਾਰ ਰਿਹਾ ਹੈ ਔਰ ਚਿੰਤਾ ਪਰੇਸ਼ਾਨੀਆਂ ਦੇ ਅੰਦਰ ਜਕੜਿਆ ਹੋਇਆ। लेकिन सारे संसार के लोग दुखी और अशांत नहीं हैं। दुखी और अशांत कौन ने? सतगुर ते जो मूह फिरे। मूह फिरे का मतलब मूह फिरिया होया वो मनुख जिसने गुरु तो मूह मोड़िया होवे। मनमुख आप खुदरा मनुख जो ज्ञान गुरु की अगवाई अंदर जिंदगी नहीं जींदा। तां जो गुरु तो बेमुख है, ज्ञान गुरु की अगवाई विच जिंदगी नहीं जी रहा और ज्ञान गुरु की अगवाई विच जिंदगी जी के रब्बी हुक्म नूं जो फॉलो नहीं कर रहा, तां ओह जिहड़े जीव ने बद्धे दुख सहाहे ओह विकारां दे अंदर बज्जे हुए दुख पांदे ने। उन्हां दी सोच विकारां दे अंदर जकड़ी हुई है। लोभ मोह दे अंदर, हंकार विच, पापां विच, विकारां विच, ईर्खा द्वेष दे अंदर उन्हां दी सोच जकड़ी हुई है, बज्जे हुए ने। और ओह लोग जिहड़े ने दुख सहारदे ने। सतगुर ते जो मूह फिरे से बद्धे दुख सहाहे। जो मनुख सतगुरु वालों बेमुख हन ਉਹ ਵਿਕਾਰਾਂ ਦੇ ਵਿੱਚ ਬੱਝੇ ਹੋਏ ਨੇ ਔਰ ਦੁੱਖ ਸਹਾਰਦੇ ਨੇ। ਅਗਲਾ ਬਚਨ ਕਰਦੇ ਹਨ, ਫਿਰ ਮਿਲਣ ਨਾ ਪਾਏ ਨੀ ਜੰਮਹਿ ਤੈ ਮਰ ਜਾਹੇ। ਫਿਰ ਦਾ ਮਤਲਬ ਫਿਰ ਕੇ, ਭਟਕ ਕੇ। ਮਿਲਣ ਨਾ ਪਾਏ ਨੀ ਦਾ ਮਤਲਬ ਮਿਲਣਾ ਨਹੀਂ ਉਹਨਾਂ ਨੂੰ ਮਿਲਦਾ। ਭਾਵ ਕਿ ਉਹ ਗੁਰੂ ਦੇ ਨਾਲ, ਪ੍ਰਭੂ ਦੇ ਨਾਲ ਮਿਲਣਾ ਨਸੀਬ ਨਹੀਂ ਹੁੰਦਾ, ਭਟਕਦੇ ਰਹਿੰਦੇ ਨੇ ਕਿਉਂਕਿ ਗੁਰੂ ਤੋਂ ਬੇਮੁਖ ਨੇ। ਗੁਰੂ ਗਿਆਨ ਦੇ ਰਾਸਤੇ ਨੂੰ ਛੱਡ ਦਿੱਤਾ ਹੈ, ਸੱਚ ਦੇ ਰਾਹ ਤੋਂ ਭਟਕ ਗਏ ਨੇ ਔਰ ਉਹ ਭਟਕਦੇ ਰਹਿੰਦੇ ਨੇ, ਲੇਕਿਨ ਮਿਲਾਪ ਉਹਨਾਂ ਦਾ ਨਹੀਂ ਹੁੰਦਾ। ਜੰਮਹਿ ਤੈ ਮਰ ਜਾਹੇ, ਜੰਮਦੇ ਨੇ ਔਰ ਅਖੀਰ ਉਹ ਮਰ ਜਾਂਦੇ ਨੇ। ਭਾਵ ਜਨਮ ਤੋਂ ਲੈ ਕੇ ਮਰਨ ਤੱਕ ਆਪਣੀ ਸਾਰੀ ਜ਼ਿੰਦਗੀ ਨੂੰ ਬੇਕਾਰ ਹੀ ਗਵਾ ਦਿੰਦੇ ਨੇ। ਵਿਕਾਰਾਂ ਦੇ ਵਿੱਚ ਬੱਝੇ ਹੋਏ, ਦੁਖੀ ਰਹਿੰਦੇ ਹੋਏ, ਭਟਕਦੇ ਹੋਏ, ਪ੍ਰਭੂ ਦੇ ਮਿਲਾਪ ਤੋਂ ਬਿਨਾਂ ਹੀ ਸਾਰੀ ਜ਼ਿੰਦਗੀ ਗੁਜ਼ਾਰਦੇ ਨੇ। ਫਿਰ ਦਾ ਮਤਲਬ ਭਟਕ ਕੇ। ਉਹ ਭਟਕਦੇ ਨੇ, ਉਹਨਾਂ ਦਾ ਮਿਲਾਪ ਨਹੀਂ ਹੁੰਦਾ ਪ੍ਰਭੂ ਨਾਲ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੁੱਖ ਨਹੀਂ ਪੈਦਾ ਹੁੰਦਾ। ਜੰਮਦੇ ਨੇ ਔਰ ਮਰ ਜਾਂਦੇ ਨੇ, ਭਾਵ ਕਿ ਸਾਰਾ ਜੀਵਨ ਵਿਅਰਥ ਗਵਾ ਦਿੰਦੇ। ਸਹਿਸਾ ਰੋਗ ਨਾ ਛੋੜਈ ਦੁੱਖ ਹੀ ਮਹਿ ਦੁੱਖ ਪਾਹੇ। ਸਹਿਸਾ ਦਾ ਮਤਲਬ ਭਰਮ, ਸ਼ੱਕ, ਚਿੰਤਾ। ਇੱਥੇ ਸਹਿਸਾ ਦਾ ਮਤਲਬ ਚਿੰਤਾ। ਸਹਿਸਾ ਰੋਗ ਨਾ ਛੋੜਈ, ਚਿੰਤਾ ਦਾ ਰੋਗ ਉਹਨਾਂ ਨੂੰ ਕਦੇ ਛੱਡਦਾ ਨਹੀਂ। ਸਹਿਮ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਣਿਆ ਰਹਿੰਦਾ ਹੈ। ਦੁੱਖ ਹੀ ਮੈਂ ਦੁੱਖ ਪਾਹੇ, ਯਾਨੀ ਦੁੱਖਾਂ ਦੇ ਵਿੱਚ ਦੁੱਖ ਪਾਉਂਦੇ ਨੇ, ਮਤਲਬ ਕਿ ਸਦਾ ਦੁਖੀ ਹੀ ਰਹਿੰਦੇ, ਹਮੇਸ਼ਾ ਦੁਖੀ ਰਹਿੰਦੇ ਨੇ। ਚਿੰਤਾ ਰੋਗ ਉਹਨਾਂ ਨੂੰ ਛੱਡਦਾ ਨਹੀਂ। ਕੋਈ ਨਾ ਕੋਈ ਚਿੰਤਾ, ਕੋਈ ਸਹਿਮ, ਕੋਈ ਡਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਵਿਆਪਦਾ ਰਹਿੰਦਾ ਹੈ ਜੋ ਗੁਰੂ ਤੋਂ ਬੇਮੁਖ ਨੇ। ਕਿਉਂਕਿ ਡਰ ਹਮੇਸ਼ਾ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਪੈਦਾ ਹੁੰਦਾ ਹੈ ਜਿਸ ਦੇ ਅੰਦਰ ਝੂਠ, ਫਰੇਬ ਜਾਂ ਕੁਛ ਮਾੜੇ ਕਰਮ ਨੇ। ਜੋ ਧਰਮੀ ਇਨਸਾਨ ਹੈ, ਜੋ ਮਨ ਬਚਨ ਕਰਮ ਕਰਕੇ ਸੱਚਾ ਹੈ, ਉਹਦੇ ਜੀਵਨ ਵਿੱਚ ਡਰ ਨਹੀਂ ਹੁੰਦਾ ਕਿਉਂਕਿ ਉਹਨੇ ਮਾੜਾ ਕਰਮ ਕੋਈ ਕੀਤਾ ਹੀ ਨਹੀਂ ਹੁੰਦਾ। ਲੇਕਿਨ ਜੋ ਬੇਮੁਖ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਨੇ, ਇਸ ਕਰਕੇ ਉਹਨਾਂ ਦੇ ਜੀਵਨ ਦੇ ਅੰਦਰ ਹਮੇਸ਼ਾ ਸਹਿਮ ਔਰ ਚਿੰਤਾ ਬਣੀ ਰਹਿੰਦੀ ਹੈ। ਉਹ ਚਿੰਤਾ ਔਰ ਸਹਿਮ ਦੇ ਅੰਦਰ ਹੀ ਜ਼ਿੰਦਗੀ ਗੁਜ਼ਾਰਦੇ ਨੇ। ਨਾਨਕ ਨਦਰੀ ਬਖਸ਼ ਲਹੇ ਸ਼ਬਦੇ ਮੇਲ ਮਿਲਾਹੇ। ਨਦਰੀ ਦਾ ਮਤਲਬ ਰਹਿਮਤ ਕਰਨ ਵਾਲਾ ਪ੍ਰਭੂ, ਨਦਰ ਦਾ, ਰਹਿਮਤ ਦਾ ਮਾਲਕ। ਬਖਸ਼ ਲਹੇ ਦਾ ਮਤਲਬ ਜੇ ਬਖਸ਼ ਲਵੇ। ਰਹਿਮਤ ਕਰਨ ਵਾਲਾ ਪ੍ਰਭੂ ਬਖਸ਼ ਲਹੇ ਦਾ ਮਤਲਬ ਬਖਸ਼ ਲੈਂਦਾ ਹੈ। ਕਦੋਂ? ਸ਼ਬਦੇ ਮੇਲ ਮਿਲਾਹੇ। ਸ਼ਬਦੇ ਦਾ ਮਤਲਬ ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਸ਼ਬਦ ਰਾਹੀਂ। ਜਿਹੜੇ ਇਨਸਾਨ ਗੁਰੂ ਦੇ ਸ਼ਬਦ ਅਨੁਸਾਰ ਫਿਰ ਜ਼ਿੰਦਗੀ ਜੀਂਦੇ ਨੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਮੇਲ ਵਿੱਚ ਮਿਲ ਜਾਂਦੇ ਨੇ। ਮੇਲ ਮਿਲਾਹੇ ਦਾ ਮਤਲਬ ਮੇਲ ਵਿੱਚ ਮਿਲ ਜਾਂਦੇ ਨੇ ਤੇ ਉਹਨਾਂ ਤੇ ਪ੍ਰਭੂ ਦੀ ਬਖਸ਼ਿਸ਼ ਹੋ ਜਾਂਦੀ। ਉਹ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਂਦੇ ਨੇ, ਉਹ ਵੀ ਬਖਸ਼ੇ ਜਾਂਦੇ ਹਨ। ਤਾਂ ਇੱਥੋਂ ਸਾਨੂੰ ਇੱਕ ਸਕਾਰਾਤਮਕ ਸੋਚ ਮਿਲ ਰਹੀ ਹੈ ਕਿ ਜੇ ਬਾਈ ਦੀ ਵੇ ਜਾਣੇ ਅਣਜਾਣੇ ਕਿਤੇ ਕੋਈ ਇਨਸਾਨ
ਗੁਰਮਤਿ ਤੋਂ ਉਲਟ ਹੈ, ਸੱਚ ਤੋਂ ਦੂਰ ਹੈ, ਗਲਤੀਆਂ ਭੁੱਲਾਂ ਕੀਤੀਆਂ ਨੇ, ਤਾਂ ਉਹਦੇ ਵਾਸਤੇ ਵੀ ਮੌਕਾ ਹੈ, ਉਹ ਬਦਲ ਸਕਦਾ ਹੈ। ਜੇਕਰ ਉਹ ਗੁਰੂ ਸ਼ਬਦ ਅਨੁਸਾਰ ਜ਼ਿੰਦਗੀ ਜੀਵੇ ਤਾਂ ਉਹ ਵੀ ਬਖਸ਼ਿਸ਼ ਔਰ ਰਹਿਮਤ ਦਾ ਪਾਤਰ ਬਣ ਸਕਦਾ ਹੈ। ਇਹ ਸੰਭਾਵਨਾ ਹਰ ਇਨਸਾਨ ਦੇ ਅੰਦਰ ਹੈ। ਮਹਿਲਾ ਤੀਜਾ, ਜੋ ਸਤਿਗੁਰ ਤੇ ਮੂੰਹ ਫਿਰੇ ਤਿਨਾ ਠੌਰ ਨਾ ਠਾਉ। ਠੌਰ ਨਾ ਠਾਉ ਦਾ ਮਤਲਬ ਕੋਈ ਆਸਰਾ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਥਾਂ ਥਿੱਤਾ ਨਹੀਂ। ਜਿਵੇਂ ਅਸੀਂ ਕਹਿੰਦੇ ਨਾ, ਕੋਈ ਉਹਦਾ ਥਾਂ ਥਿੱਤਾ ਨਹੀਂ, ਯਾਨੀ ਉਹਨਾਂ ਨੂੰ ਟਿਕਾਵ ਨਹੀਂ ਮਿਲਦਾ। ਕਿੰਨਾਂ ਨੂੰ? ਸਤਿਗੁਰ ਤੇ ਜੋ ਮੂੰਹ ਫਿਰੇ, ਜੋ ਗੁਰੂ ਤੋਂ ਬੇਮੁਖ ਨੇ, ਜਿਨ੍ਹਾਂ ਨੇ ਗੁਰੂ ਤੋਂ ਮੂੰਹ ਫੇਰ ਲਿਆ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀ ਰਹੇ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਨਹੀਂ ਅਪਣਾਇਆ, ਤਿਨਾਂ ਠੌਰ ਨਾ ਠਾਉ, ਉਹਨਾਂ ਨੂੰ ਕੋਈ ਥਾਂ ਥਿੱਤਾ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਕੋਲ ਘਰ ਮਕਾਨ ਨਹੀਂ ਹੁੰਦਾ, ਯਾਨੀ ਉਹਨਾਂ ਦੇ ਅੰਦਰ ਟਿਕਾਵ ਨਹੀਂ, ਉਹਨਾਂ ਦਾ ਮਨ ਹਮੇਸ਼ਾ ਭਟਕਦਾ ਰਹਿੰਦਾ ਹੈ, ਉਹਨਾਂ ਦਾ ਟਿਕਾਵ ਨਹੀਂ। ਥਾਂ ਥਿੱਤਾ ਦਾ ਮਤਲਬ ਉਹਨਾਂ ਦਾ ਕੋਈ ਉੱਚਾ ਗੋਲ ਨਹੀਂ, ਉਹਨਾਂ ਉੱਚਾ ਕੋਈ ਆਚਰਣ ਨਹੀਂ ਹੈ, ਔਰ ਉਹਨਾਂ ਦੇ ਮਨ ਦੇ ਅੰਦਰ ਕਦੇ ਵੀ ਟਿਕਾਵ ਨਹੀਂ ਆਉਂਦਾ, ਜਿਨ੍ਹਾਂ ਨੇ ਗੁਰੂ ਤੋਂ ਬੇਮੁਖਤਾ ਵਾਲੇ ਰਾਹ ਨੂੰ ਅਪਣਾਇਆ ਹੋਇਆ ਹੈ। ਉਹਨਾਂ ਦੀ ਹਾਲਾਤ ਕੈਸੀ ਹੈ? ਜਿਉਂ ਛੁੱਟੜ ਘਰ ਘਰ ਫਿਰੈ, ਦੋ ਚਾਰਨ ਬਦਨਾਉ। ਜਿਵੇਂ ਵਿਭਚਾਰਨ ਇਸਤਰੀ ਪਤੀ ਤੋਂ ਦੂਰ ਰਹਿ ਘਰ ਘਰ ਵਿੱਚ ਫਿਰਦੀ ਹੈ, ਮਾੜੇ ਆਚਰਨ ਵਾਲੀ ਹੈ, ਔਰ ਬਦਨਾਮ ਦਾ ਮਤਲਬ ਬਦਨਾਮ ਹੁੰਦੀ ਹੈ। ਦੇਖੋ, ਔਰਤ ਜਿਹੜੀ ਹੈ, ਪਤੀ ਪਤਨੀ ਬੜੇ ਪਿਆਰ ਦੇ ਨਾਲ ਰਹਿ ਰਹੇ ਨੇ, ਪਤੀ ਵੀ ਉੱਚੇ ਆਚਰਨ ਵਾਲਾ ਹੈ, ਪਤਨੀ ਵੀ ਚੰਗੇ ਆਚਰਨ ਵਾਲੀ ਹੈ, ਉਹਨਾਂ ਲੋਕਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਪਰ ਜੇ ਕੋਈ ਬਦਚਲਨ ਔਰਤ ਘਰ ਘਰ ਵਿੱਚ ਫਿਰਦੀ ਤਾਂ ਉਹਦੀ ਬਦਨਾਮੀ ਹੁੰਦੀ ਹੈ, ਔਰ ਉਸ ਔਰਤ ਨੂੰ ਕਦੇ ਜੀਵਨ ਦੇ ਅੰਦਰ ਸ਼ਾਂਤੀ ਵੀ ਜਿਹੜੀ ਹੈ ਨਾ, ਉਹ ਨਹੀਂ ਮਿਲਦੀ। ਜਿਸ ਤਰ੍ਹਾਂ ਬਦਚਲਨ ਔਰਤ ਘਰ ਘਰ ਵਿੱਚ ਫਿਰ ਬਦਨਾਮ ਹੁੰਦੀ ਹੈ, ਉਸੇ ਤਰ੍ਹਾਂ ਉਸ ਮਨੁੱਖ ਦੀ ਹਾਲਾਤ ਹੈ ਜੋ ਗੁਰੂ ਤੋਂ ਬੇਮੁਖ ਹੈ, ਜਿਸ ਨੇ ਗੁਰੂ ਦੇ ਵੇ ਆਫ ਲਾਈਫ ਨੂੰ ਨਹੀਂ ਅਪਣਾਇਆ, ਜੋ ਸੱਚੇ ਰਾਹ ਤੇ ਨਹੀਂ ਚੱਲ ਰਿਹਾ, ਜੋ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੈ, ਜੋ ਰੱਬੀ ਹੁਕਮ ਵਿੱਚ ਜ਼ਿੰਦਗੀ ਨਹੀਂ ਜੀ ਰਿਹਾ, ਉਹ ਉਸ ਔਰਤ ਵਰਗਾ ਹੀ ਹੈ। ਘਰ ਘਰ ਫਿਰਦਾ ਹੈ, ਭਾਵ ਵਿਕਾਰਾਂ ਦੀ ਜ਼ਿੰਦਗੀ ਜੀਂਦਾ ਹੈ, ਮੜੀਆਂ ਮਸਾਨ ਕਬਰਾਂ ਆਦਿਕ ਨੂੰ ਪੂਜਦਾ ਫਿਰਦਾ ਹੈ, ਔਰ ਜਿਹੜੇ ਵਿਕਾਰ ਨੇ ਉਹਨਾਂ ਦਾ ਉਹ ਗੁਲਾਮ ਹੋ ਜਾਂਦਾ ਹੈ, ਔਰ ਇਸ ਦੁਨੀਆ ਦੇ ਅੰਦਰ ਬਦਨਾਮੀ ਖੱਟਦਾ ਹੈ, ਭਾਵ ਕਿ ਆਪਣੇ ਜੀਵਨ ਨੂੰ ਵਿਅਰਥ ਗਵਾ ਦਿੰਦਾ ਹੈ। ਨਾਨਕ ਗੁਰਮੁਖ ਬਖਸ਼ੀਆਂ ਹੈ, ਜੇ ਸਤਿਗੁਰ ਮੇਲ ਮਿਲਾਓ। ਹੁਣ ਜੇ ਕੋਈ ਇਨਸਾਨ ਆਪਣੇ ਜੀਵਨ ਨੂੰ ਖਰਾਬ ਕਰ ਬੈਠਾ ਹੈ, ਆਪਣੀ ਸੋਚ, ਬੋਲ ਬਾਣੀ, ਬਿਹੇਵੀਅਰ, ਮੰਨ ਲਓ ਕਿਸੇ ਦਾ ਵਿਗੜਿਆ ਹੋਇਆ ਜੀਵਨ ਹੈ, ਕੋਈ ਆਚਰਨ ਤੋਂ ਗਿਰ ਗਿਆ ਹੈ, ਜਾਂ ਕੋਈ ਪਾਪ ਅਪਰਾਧ ਕਰਦਾ ਹੈ, ਈਰਖਾ ਦਵੇਸ਼ ਦੇ ਅੰਦਰ ਖਚਤ ਹੋ ਗਿਆ ਹੈ, ਤਾਂ ਕਿ ਉਹਦੇ ਵਾਸਤੇ ਕੋਈ ਰਾਸਤਾ ਹੈ ਕਿ ਉਹ ਜੀਵਨ ਨੂੰ ਬਦਲ ਸਕੇ? ਗੁਰੂ ਜੀ ਕਹਿੰਦੇ ਨੇ, ਹਾਂ, ਨਾਨਕ ਗੁਰਮੁਖ ਬਖਸ਼ੀਆਂ, ਗੁਰੂ ਦੇ ਜਰੀਏ ਉਹ ਬਖਸ਼ੇ ਜਾ ਸਕਦੇ ਨੇ, ਬਖਸ਼ਿਸ਼ ਤੇ ਰਹਿਮਤ ਦੇ ਪਾਤਰ ਬਣ ਸਕਦੇ ਨੇ। ਕਿਵੇਂ? ਜੇ ਸਤਿਗੁਰ ਮੇਲ ਮਿਲਾਓ, ਜੇ ਉਹ ਸਤਿਗੁਰ ਦੇ ਮੇਲ ਦੇ ਅੰਦਰ ਮਿਲ ਜਾਣ, ਜੇ ਸਤਿਗੁਰ ਦੀ ਸੰਗਤ ਵਿੱਚ ਮਿਲ ਜਾਣ। ਮੀਨਸ ਕਿ ਜੇ ਕੋਈ ਮਾੜੇ ਸੁਭਾਅ ਵਾਲਾ, ਮਾੜੇ ਜੀਵਨ ਵਾਲਾ, ਪਾਪੀ ਅਪਰਾਧੀ ਇਨਸਾਨ ਵੀ ਗੁਰੂ ਚਰਨਾਂ ਦੀ ਸ਼ਰਨ ਲੈ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦੇਵੇ, ਤਾਂ ਉਹਦਾ ਜੀਵਨ ਵੀ ਬਦਲ ਸਕਦਾ ਹੈ, ਉਹਦੇ ਜੀਵਨ ਵਿੱਚ ਵੀ ਚੰਗਿਆਈਆਂ ਆ ਸਕਦੀਆਂ ਨੇ, ਉਹਦਾ ਮਨ ਵੀ ਟਿਕਾਵ ਵਿੱਚ ਆ ਸਕਦਾ ਹੈ, ਉਹ ਵੀ ਚੰਗੇ ਜੀਵਨ ਵਾਲਾ ਹੋ ਸਕਦਾ ਹੈ। ਹਰ ਇੱਕ ਦੇ ਅੰਦਰ ਹਰ ਥਾਂ ਤੇ ਪੋਸੀਬਿਲਿਟੀ ਮੌਜੂਦ ਹੈ। ਜ਼ਰੂਰਤ ਤਾਂ ਸੋਚ ਨੂੰ ਬਦਲਣ ਦੀ ਹੈ। ਜਦੋਂ ਅਸੀਂ ਇਤਿਹਾਸ ਵੱਲ ਇੱਕ ਝਾਤ ਮਾਰਦੇ ਹਾਂ ਤਾਂ ਸੱਜਣ ਵਰਗੇ ਲੋਕ ਬਦਲੇ ਹੀ ਨੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਭੂਮੀਏ ਵਰਗੇ ਬਦਲੇ ਹੀ ਨੇ, ਕੌਡੇ ਭੀਲ ਵਰਗੇ ਬਦਲੇ ਨੇ। ਕਿੰਨੇ ਲੋਕ ਨੇ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਜੀਵਨ ਨੂੰ ਚੇਂਜ ਕੀਤਾ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਕਿੰਨੇ ਲੋਕ ਬਦਲੇ। ਤਾਂ ਬੰਦੇ ਦੇ ਅੰਦਰ ਬਦਲਣ ਦੀ ਸੰਭਾਵਨਾ ਹਰ ਵਕਤ ਹੈ, ਜੇ ਇਨਸਾਨ ਚਾਹੇ ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੇ ਸਨਮੁਖ ਹੋ ਕੇ ਬਖਸ਼ੇ ਜਾਂਦੇ ਨੇ, ਉਹ ਸਤਿਗੁਰ ਦੀ ਸੰਗਤ ਵਿੱਚ ਮਿਲ ਜਾਂਦੇ ਨੇ,
मतलब कि सतगुर ਦੀ ਸ਼ਰਨ ਵਿੱਚ ਆ ਕੇ ਐਸੇ ਵਿਕਾਰੀ ਜੀਵਨ ਤੋਂ ਖਲਾਸੀ ਪਾਈ ਜਾ ਸਕਦੀ ਹੈ। पौड़ी जो सेवह सत मुरार से भवजल तर गया। सत मुरार का मतलब सच्चा मुरारी। मुरारी का मतलब जो राक्षी बिरतियां नू खत्म करने वाला है। जो राक्षी बिरतियां नू खत्म करने वाला, देखो इंसान दे अंदर ना राक्षी बिरतियां ने, जिवें लोभ मोह आदिक है, किवें लोग बम धमाके करके लोगों नू कतल कर दिंदे ने, किवें बंदा बिना अपना दया तो हिसकना हो के ते दुनिया दे अंदर कतलाम आदिक करदा है। ये राक्षी बिरतियां ने ना, जो भी रिश्वतखोरी, चोर बाजारी, ईर्खा, द्वेष, ये सारियां राक्षी बिरतियां ने। ते जो प्रभु दे गुण ने वो इन्हां राक्षी बिरतियां नू खत्म करने वाले ने। जिथे सच आ जाएगा झूठ उथों मुक जाएगा। जिस हिरदे विच प्यार आ जाएगा ईर्खा द्वेष उथों मुक जाएगी। जिथे निम्रता आ जाएगी उथों हंकार वगैरह खत्म हो जाएगा। इस तरह इस करके प्रभु नू मुरार शब्द क्या है कि राक्षी बिरतियां नू खत्म करने वाला है। जो सेवे सत मुरार, जो सच्चे प्रभु नू सेवदे ने, भाव सच्चे प्रभु दी शरण विच जांदे ने, सच्चे प्रभु दे गुणां दे धारनी हुंदे ने, से भवजल तर गया, वो संसार समुंदर तो तर जांदे। भवजल दा मतलब विकारां दियां घुम्मण घेरियां। वो विकारां दियां घुम्मण घेरियां तो बच जांदे ने, नैगेटिविटी तो बच जांदे ने, पापां अपराधां तो बच जांदे ने, उन्हां दा पार उतारा हो जांदा। जो बोले हर हर नाम तिन जम छड्ड गया। जो बोले हर हर नाम, जो रब की सिफत सलाह करते हैं, रबी गुणा की गल करते हैं। जो मनुख हरि की सिफत सलाह करते हैं, तिन जम छड्ड गया, उन्होंने जम छड्ड जांदा है। जम का मतलब आत्मक मौत। उन्होंने आत्मक मौत नहीं होंदी, उन्होंने विकारां दे जम छड्ड जांदे ने। केवल बोलबाणी बदलन की लोड़ है ना, सोच बदलन की लोड़ है। जे अपने अंदर सच पैदा कर लो, प्यार पैदा कर लो और ऐसे ही बोल बोलो तो आत्मक मौत छड़ जाएगी। आत्मक मौते तां ही मरांगे जे मैं ईर्खा की गल करांगा, तां ही आत्मक मौते मरांगा ना। किसी की चुगली करांगा, झूठ बोलांगा, जां किसी दे खाम खा इल्जाम लगावांगा, जां अफवाहां फैलावांगा, नैगेटिव गल करांगा, पाप अपराध की गल करांगा, तां ही आत्मक मौते में मरांगा ना। ते जे मैं बोलना ही सच, समाज ਦੀ ਭਲਾਈ ਦੀ ਗੱਲ ਕਰਾਂ, ਲੋਕ ਭਲਾਈ ਦੀ ਗੱਲ ਕਰਾਂ, ਗੁਰਮਤ ਦੀ ਗੱਲ ਕਰਾਂ, ਰੱਬੀ ਸਿਫਤ ਸਲਾਹ ਦੀ ਗੱਲ ਕਰਾਂ ਔਰ ਇਹਨਾਂ ਦੇ ਮੈਂ ਵਿਚਾਰਾਂ ਨੂੰ ਅਪਣਾਵਾਂ, ਇੰਪਲੀਮੈਂਟ ਕਰਾਂ, ਤਾਂ ਆਤਮਕ ਮੌਤ ਨਹੀਂ ਨਾ ਆਏਗੀ। ਤਾਂ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ, ਜੋ ਰੱਬੀ ਗੁਣਾਂ ਨੂੰ ਗਾਉਂਦੇ ਹਨ ਉਹਨਾਂ ਨੂੰ ਆਤਮਕ ਮੌਤ ਛੱਡ ਜਾਂਦੀ ਹੈ। ਉਹ ਆਤਮਕ ਮੌਤੇ ਨਹੀਂ ਮਰਦੇ, ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਸੇ ਦਰਗਾਹ ਪੈਦੇ ਜਾਹੇ जिन्हां हर जप लिया। पैदे का मतलब हुंदा है सरोपा मिलना, कि फला बंदे नूं सरोपा दिता गया। हुण सरोपा देण दा मतलब हुंदा है इज्जत और मान देना। जिन्हों असीं मान सत्कार देना होए ना, उहनूं सरोपा देईदा है। जिसने कोई चंगा कर्म कीता होए उहनूं सरोपा। ते सरोपे दा मतलब हुंदा है सिर तो लैके पैरां तक दी पूरी पोशाक। उस इंसान ਨੂੰ ਸਰੂਪਾ ਦਿੱਤਾ ਜਾਂਦਾ ਸੀ ਜਿਸਨੇ ਕੌਮ ਵਾਸਤੇ, ਦੇਸ਼ ਲਈ, ਗਰੀਬਾਂ ਲਈ, ਮਨੁੱਖੀ ਹੱਕਾਂ ਲਈ ਕੋਈ ਬਹੁਤ ਵੱਡੀ ਕੁਰਬਾਨੀ ਕੀਤੀ ਹੋਵੇ, ਜਿਨੇ ਚੰਗਾ ਕੰਮ ਕੀਤਾ ਹੋਵੇ, ਉਹਨੂੰ ਸਰੂਪਾ ਦਿੱਤਾ ਜਾਂਦਾ ਸੀ, ਉਹਨੂੰ ਸਨਮਾਨ ਦਿੱਤਾ ਜਾਂਦਾ ਸੀ। ਅੱਜ ਗੱਲ ਵੱਖਰੀ ਹੈ ਕਿ ਅਸੀਂ ਸਰੂਪੇ ਨੂੰ ਇੱਕ ਖੇਲ ਬਣਾ ਲਿਆ ਹੈ ਕਿ ਜਿਹਨੂੰ ਮਰਜ਼ੀ ਅਸੀਂ ਦੇਈ ਜਾ ਰਹੇ ਹਾਂ। ਇਹ ਸਾਡੀਆਂ ਕਮਜ਼ੋਰੀਆਂ ਨੇ, ਇਹ ਇੱਕ ਵੱਖਰਾ ਟੌਪਿਕ ਹੈ। ਤਾਂ ਇੱਥੇ ਪੈਦੇ ਜਾਹੇ ਦਾ ਮਤਲਬ ਹੈਗਾ ਸਨਮਾਨ ਦੇ ਨਾਲ ਜਾਣਾ, ਇੱਜ਼ਤ ਦੇ ਨਾਲ ਜਾਣਾ। ਸੇ ਦਰਗਾਹ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਿਆ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਜਿਨ੍ਹਾਂ ਨੇ ਹਰੀ ਦੀ ਸਿਫਤ ਸਲਾਹ ਕੀਤੀ, ਜਿਨ੍ਹਾਂ ਨੇ ਹਰੀ ਦੇ ਗੁਣਾਂ ਨੂੰ ਗਾ ਕੇ ਪਾ ਲਿਆ, ਇੰਪਲੀਮੈਂਟ ਕਰ ਲਿਆ, ਉਹ ਰੱਬੀ ਦਰਗਾਹ ਦੇ ਅੰਦਰ ਸਨਮਾਨੇ ਜਾਂਦੇ ਨੇ। ਪੈਦੇ ਜਾਹੇ ਦਾ ਮਤਲਬ ਸਨਮਾਨੇ ਜਾਂਦੇ ਨੇ। ਜਿਨ੍ਹਾਂ ਨੇ ਰੱਬ ਦੀ ਸਿਫਤ ਸਲਾਹ ਕੀਤੀ, ਉਹ ਰੱਬੀ ਦਰਗਾਹ ਦੇ ਅੰਦਰ ਸਨਮਾਨੇ ਜਾਂਦੇ ਨੇ, ਉਹਨਾਂ ਨੂੰ ਮਾਣ ਮਿਲਦਾ ਹੈ।
ਹੁਣ ਰੱਬੀ ਦਰਗਾਹ ਕਿਹੜੀ ਹੈ? ਜਿੱਥੇ ਰੱਬ ਵਸਦਾ ਹੈ ਉੱਥੇ ਰੱਬ ਦੀ ਦਰਗਾਹ। ਆ ਸਾਰਾ ਸੰਸਾਰ ਰੱਬ ਦਾ ਘਰ ਹੈ, ਉਹਨਾਂ ਨੂੰ ਇਸ ਸੰਸਾਰ ਵਿੱਚ ਮਾਣ ਮਿਲਦਾ ਹੈ। ਤੇ ਦੂਜੀ ਗੱਲ, ਰੱਬੀ ਦਰਗਾਹ ਦਾ ਮਤਲਬ ਜਿੱਥੇ ਯੂਨੀਵਰਸਲ ਟਰੁੱਥ ਦੇ ਬੇਸ ਤੇ ਉੱਤੇ ਗੱਲ ਹੁੰਦੀ ਹੈ ਨਾ, ਕਿਸੇ ਦੇ ਜੀਵਨ ਨੂੰ ਪਰਖਿਆ ਜਾਏ। ਸਪੋਜ਼ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਇੱਕ ਯੂਨੀਵਰਸਲ ਟਰੁੱਥ ਦੇ ਬੇਸ ਤੇ, ਗੁਰਬਾਣੀ ਦੇ ਬੇਸ ਤੇ, ਕਿ ਗੁਰਬਾਣੀ ਦੇ ਬੇਸ ਦਾ ਇਹ ਜੀਵਨ ਹੈ, ਤੇ ਅਸੀਂ ਪਰਖੀਏ ਕਿ ਸਾਡੇ ਵਿੱਚੋਂ ਕਿਹਦਾ ਜੀਵਨ ਐਸਾ ਹੈ ਤਾਂ ਜਿਹਦਾ ਜੀਵਨ ਮੁਕੰਮਲ ਉਹਦੇ ਮੁਤਾਬਕ ਪੂਰਾ ਉਤਰੇ, ਤਾਂ ਰੱਬੀ ਦਰਗਾਹ 'ਚ ਪ੍ਰਵਾਨ ਹੋ ਗਿਆ ਨਾ, ਕਿਉਂਕਿ ਗੁਰਬਾਣੀ ਦੇ ਸਟੈਂਡਰਡ ਤੇ ਅਸੀਂ ਪਰਖ ਰਹੇ ਹਾਂ। ਜਿਹੜਾ ਉੱਥੇ ਵੀ ਪੂਰਾ ਉਤਰਦਾ ਹੈ ਉਹ ਰੱਬੀ ਦਰਗਾਹ ਵਿੱਚ ਪੂਰਾ ਉਤਰ ਗਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਰੱਬੀ ਸਿਫਤ ਸਲਾਹ ਕੀਤੀ, ਗੁਣਾਂ ਦੇ ਧਾਰਨੀ ਹੋਏ, ਉਹ ਰੱਬੀ ਦਰਗਾਹ ਦੇ ਵਿੱਚ ਸਨਮਾਨੇ ਜਾਂਦੇ ਨੇ। ਉਹਨਾਂ ਨੂੰ ਰੱਬੀ ਦਰਗਾਹ ਵਿੱਚ ਮਾਣ ਮਿਲਦਾ ਹੈ, ਜੋ ਅਸੀਂ ਜਪਜੀ ਸਾਹਿਬ ਵਿੱਚ ਵੀ ਵਿਚਾਰ ਰਹੇ ਹਾਂ। ਪੰਜ ਪ੍ਰਵਾਨ ਪੰਜ ਪ੍ਰਧਾਨ, ਹਰ ਸੇਵਹਿ ਸਈ ਪੁਰਖ ਜਿਨ੍ਹਾਂ ਹਰ ਤੁਧ ਮਇਆ। ਹੇ ਹਰੀ, ਜਿਨ੍ਹਾਂ ਤੇ ਤੇਰੀ ਮਿਹਰ ਹੁੰਦੀ ਹੈ ਉਹ ਤੇਰੀ ਸੇਵਾ ਕਰਦੇ ਨੇ। ਸੇਵਾ ਕਰਨ ਦਾ ਮਤਲਬ ਤੇਰੀ ਰਜ਼ਾ ਵਿੱਚ ਤੁਰਦੇ ਨੇ। ਜਿਨ੍ਹਾਂ ਤੇ ਤੇਰੀ ਰਹਿਮਤ ਹੈ ਉਹ ਤੇਰੀ ਰਜ਼ਾ ਵਿੱਚ ਤੁਰਦੇ ਨੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਰੱਬ ਦੀ ਰਹਿਮਤ ਦੀ ਨਿਸ਼ਾਨੀ ਕੀ ਹੈ? ਰੱਬੀ ਰਜ਼ਾ ਦੇ ਵਿੱਚ ਤੁਰਨਾ। ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਰੱਬ ਦੀ ਰਹਿਮਤ ਹੈ। ਤੇ ਜਿਹੜਾ ਇਸ ਰਹਿਮਤ ਨੂੰ ਪਾਣਾ ਚਾਹੁੰਦਾ ਹੈ ਉਹ ਰੱਬੀ ਰਜ਼ਾ ਵਿੱਚ ਤੁਰੇ ਤਾਂ ਉਹ ਰੱਬ ਦੀ ਰਹਿਮਤ ਪਾ ਲਵੇ, ਰੱਬ ਦੀ ਬਖਸ਼ਿਸ਼ ਦਾ ਪਾਤਰ ਬਣ ਜਾਏ। ਰੱਬ ਦੀ ਰਹਿਮਤ ਹਰ ਥਾਂ ਦੇ ਉੱਤੇ ਹਰ ਵਕਤ ਬਰਸ ਰਹੀ ਹੈ। ਇਹ ਗੱਲਾਂ ਆਪਾਂ ਰੋਜ਼ ਕਲਾਸ ਵਿੱਚ ਸਾਂਝੀਆਂ ਕਰ ਚੁੱਕੇ ਹਾਂ ਕਿ ਰੱਬ ਦੀ ਰਹਿਮਤ ਹਰ ਵਕਤ ਹਰ ਇਨਸਾਨ ਦੇ ਉੱਤੇ ਹਰ ਥਾਂ ਦੇ ਉੱਤੇ ਬਰਸ ਰਹੀ ਹੈ। ਅਸੀਂ ਤੇ ਉਹਨੂੰ ਯੂਜ਼ ਕਰਨਾ ਹੈ, ਸਿਰਫ ਉਹਨੂੰ ਮਾਨਣਾ ਹੈ, ਉਸ ਕਿਰਪਾ ਦੇ ਪਾਤਰ ਬਣਨਾ ਹੈ। ਜਿਵੇਂ ਬਰਸਾਤ ਦੇ ਅੰਦਰ ਕੋਈ ਬੰਦਾ ਜਾ ਰਿਹਾ ਹੈ, ਇੱਕ ਨੇ ਹੱਥ ਐਵੇਂ ਕੀਤਾ ਹੋਇਆ ਹੈ ਪੁੱਠਾ, ਤਲੀ ਥੱਲੇ ਨੂੰ ਹੈ, ਤਾਂ ਉਹਦੀ ਤਲੀ ਤੇ ਇੱਕ ਬੂੰਦ ਵੀ ਨਹੀਂ ਪੈਗੀ। ਦੂਜਾ ਬੰਦਾ ਹੈ ਜਿਸ ਨੇ ਹੱਥ ਉੱਤੇ ਨੂੰ ਕੀਤਾ ਹੈ ਬੁੱਕ ਬਣਾ ਕੇ, ਉਹਦੀ ਬੁੱਕ ਭਰੀ ਜਾਏਗੀ। ਬਰਸਾਤ ਪੈ ਰਹੀ ਹੈ, ਇੱਕ ਬੰਦਾ ਗਲਾਸ ਪੁੱਠਾ ਲੈ ਕੇ ਖੜਾ ਹੈ, ਬਰਤਨ ਉਹਦਾ ਮੁੱਧਾ ਪਿਆ ਹੈ ਬਰਸਾਤ ਵਿੱਚ, ਉਹ ਬਰਸਾਤ ਦੇ ਵਿੱਚ ਖਾਲੀ ਰਹਿ ਜਾਏਗਾ। ਦੂਜਾ ਬਰਤਨ ਹੈ ਉਹ ਬਿਲਕੁਲ ਸਿੱਧਾ ਪਿਆ ਹੈ, ਉਹ ਬਰਸਾਤ ਦੇ ਨਾਲ ਭਰ ਜਾਏਗਾ। ਸਪੋਜ਼ ਤੁਹਾਡੇ ਦੋ ਤਸਲੇ, ਦੋ ਦਾਬੜੇ ਪਏ ਨੇ ਬਾਹਰ, ਇੱਕ ਮੁੱਧਾ ਵੱਜਾ ਹੋਇਆ ਹੈ, ਇੱਕ ਸਿੱਧਾ ਪਿਆ ਹੈ। ਬਰਸਾਤ ਹੋ ਰਹੀ ਹੈ, ਬਰਾਬਰ ਪੈ ਰਹੀ ਹੈ ਨਾ, ਮੁੱਧੇ ਦਾਬੜੇ ਤੇ ਵੀ ਤੇ ਸਿੱਧੇ ਤੇ ਵੀ। ਤੇ ਬਰਸਾਤ ਬੰਦ ਹੋਣ ਤੇ ਕਿਹੜਾ ਦਾਬੜਾ ਭਰੇਗਾ? ਜਿਹੜਾ ਸਿੱਧਾ ਹੋਏਗਾ ਨਾ। ਤੇ ਜਿਹੜਾ ਦਾਬੜਾ ਮੁੱਧਾ ਹੈ ਉਹ ਇਤਰਾਜ਼ ਕਰੇ ਕਿ ਮੇਰੇ ਵਿੱਚ ਤੇ ਇੱਕ ਬੂੰਦ ਵੀ ਨਹੀਂ ਪਈ, ਮੇਰੇ ਤੇ ਰੱਬ ਨੇ ਕਿਰਪਾ ਕੀਤੀ ਹੀ ਨਹੀਂ, ਮੇਰੇ ਤੇ ਕਿਰਪਾ ਕਰਦਾ ਤੇ ਮੈਂ ਵੀ ਭਰਿਆ ਜਾਂਦਾ, ਮੇਰਾ ਦਾਬੜਾ ਵੀ ਭਰਿਆ ਜਾਂਦਾ। ਰੱਬ ਕਿਰਪਾ ਕਰਦਾ, ਵੀ ਰੱਬ ਤੇ ਕਿਰਪਾ ਕੀਤੀ, ਬਰਸਾਤ ਬਰਸਾ ਰਿਹਾ, ਤੂੰ ਆਪਣਾ ਦਾਬੜਾ ਹੀ ਮੁੱਧਾ ਮਾਰਿਆ ਹੋਇਆ ਨਾ। ਇਹਦਾ ਮਤਲਬ ਕਿਰਪਾ ਤੇ ਬਰਸ ਰਹੀ ਹੈ, ਸਾਨੂੰ ਦਾਬੜਾ ਸਿੱਧਾ ਕਰਨ ਦੀ ਲੋੜ ਹੈ ਨਾ। ਆਪਣਾ ਬਰਤਨ, ਦੀਵਾ ਜਗ ਰਿਹਾ ਹੈ, ਦੀਵਾ ਕੀ ਦਿੰਦਾ ਹੈ? ਚਾਨਣਾ, ਸਾਰਿਆਂ ਨੂੰ ਦੇ ਰਿਹਾ, ਬਰਾਬਰ ਦੇ ਰਿਹਾ। ਪੰਜ ਬੰਦੇ ਬੈਠੇ ਨੇ, ਇੱਕ ਦੇ ਅੱਗੇ ਹਨੇਰਾ ਹੈ ਤੇ ਉਹ ਕਹਿੰਦਾ ਮੇਰੇ ਅੱਗੇ ਤਾਂ ਬਈ ਹਨੇਰਾ ਹੈ, ਦੀਵਾ ਕਿਰਪਾ ਕਰੇਗਾ ਤੇ ਮੇਰੇ ਅੱਗੇ ਚਾਨਣਾ ਹੋ ਜਾਏਗਾ, ਮੇਰੇ ਅੱਗੇ ਤੇ ਹਨੇਰਾ ਹੈ, ਮੇਰੇ ਤੇ ਦੀਵੇ ਨੇ ਕਿਰਪਾ ਕੀਤੀ ਨਹੀਂ, ਬਾਕੀ ਚਾਰਾਂ ਤੇ ਕੀਤੀ ਹੈ, ਮੇਰੇ ਤੇ ਕਿਰਪਾ ਕਰੇਗਾ ਤੇ ਮੇਰੇ ਤੇ ਵੀ ਚਾਨਣਾ ਹੋ ਜਾਏਗਾ। ਹੁਣ ਇਹ ਤਾਂ ਮੂਰਖਤਾ ਹੈ ਨਾ। ਦੀਵਾ ਤੇ ਦੇ ਹੀ ਚਾਨਣ ਰਿਹਾ ਹੈ, ਤੇਰੇ ਅੱਗੇ ਹਨੇਰਾ ਤਾਂ ਹੈ ਕਿ ਤੂੰ ਦੀਵੇ ਵੱਲ ਪਿੱਠ ਕਰਕੇ ਬੈਠਾ ਹੋਇਆ ਹੈ। ਦੀਵਾ ਤੇ ਚਾਨਣਾ ਦੇ ਰਿਹਾ, ਦੀਵੇ ਵੱਲ ਮੂੰਹ ਕਰ ਤੇ ਤੂੰ ਵੀ ਚਾਨਣਾ ਪਾ ਲੈ। ਇਹਦਾ ਮਤਲਬ ਕਿਰਪਾ ਤੇ ਹਰ ਥਾਂ ਤੇ ਹੋ ਰਹੀ ਹੈ, ਕਿਰਪਾ ਦੇ ਪਾਤਰ ਤੇ ਅਸੀਂ ਬਣਨਾ ਹੈ ਨਾ। ਕਿ ਜੇ ਉਹ ਬੰਦਾ ਪਿੱਠ ਕਰਕੇ ਬੈਠਾ ਰਵੇ ਕਿ ਦੀਵਾ ਕਿਰਪਾ ਕਰੇਗਾ ਤੇ ਫਿਰ ਚਾਨਣਾ ਦੇਵੇਗਾ, ਤਾਂ ਫਿਰ ਤਾਂ ਉਹਦੀ ਮੂਰਖਤਾ ਬੈਠਾ ਰਹੇ। ਰੱਬ ਨੇ, ਕੁਦਰਤ ਨੇ ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ ਆਦਿਕ ਸਾਰੇ ਗੁਣ ਪਾਏ ਨੇ ਨਾ। ਸਿਰ ਹਿਲਾ ਕੇ ਦੱਸੋਗੇ, ਮੈਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਹਾਂ ਜਾਂ ਨਾ ਕੀ ਕਹਿ ਰਹੇ ਹੋ। ਪਾਏ ਨੇ ਨਾ, ਤਾਂ ਇਹਦਾ ਮਤਲਬ ਕਿਰਪਾ ਤੇ ਕੀਤੀ ਹੈ। ਹੁਣ ਜੇ ਅਸੀਂ ਕਹੀਏ ਕਿ ਸਾਡੇ ਤੇ ਕਿਰਪਾ ਨਹੀਂ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਉਸ ਕਿਰਪਾ ਨੂੰ ਯੂਜ਼ ਨਹੀਂ ਕਰ ਰਹੇ, ਅਸੀਂ ਵਰਤੋਂ ਵਿੱਚ ਨਹੀਂ ਲਿਆ ਰਹੇ। ਸਚਾਈ ਤਾਂ ਮੇਰੇ ਅੰਦਰ ਵੀ ਹੈ, ਤੁਹਾਡੇ ਅੰਦਰ ਵੀ ਹੈ, ਦਇਆ ਤੇ ਹੋਈ ਹੈ, ਗੁਣ ਤੇ ਸਾਡੇ ਅੰਦਰ ਮੌਜੂਦ ਨੇ, ਪਰ ਅਸੀਂ ਉਹਨਾਂ ਨੂੰ ਵਰਤ ਨਹੀਂ ਰਹੇ। ਪਿਆਰ ਤੇ ਦੁਨੀਆ ਦੇ ਅੰਦਰ ਹੈ,
ਪਰ ਲੋਕ ਪਿਆਰ ਨਾਲ ਰਹਿ ਨਹੀਂ ਰਹੇ, ਸੱਚਾਈ ਹੈ ਪਰ ਸੱਚ ਬੋਲ ਨਹੀਂ ਰਹੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ, ਜਿਨ੍ਹਾਂ ਤੇ ਤੇਰੀ ਮਾਇਆ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਹ ਇਨਸਾਨ ਜਿਹੜੇ ਨੇ ਤੇਰੀ ਸੇਵਾ ਕਰਦੇ ਨੇ, ਤੇਰੀ ਰਜ਼ਾ ਵਿੱਚ ਤੁਰਦੇ ਨੇ। ਯਾਨੀ ਤੇਰੀ ਰਜ਼ਾ ਵਿੱਚ ਤੁਰ ਕੇ ਉਹ ਤੇਰੀ ਰਹਿਮਤ ਦੇ ਪਾਤਰ ਬਣ ਜਾਂਦੇ ਨੇ, ਉਹਨੂੰ ਯੂਜ਼ ਕਰ ਲੈਂਦੇ ਨੇ। ਗੁਣ ਗਾਵਾਂ ਪਿਆਰੇ ਨਿਤ, ਗੁਰਮੁਖ ਪਰਮ ਭਉ ਗਿਆ। ਗੁਰਮੁਖ ਪਰਮ ਭਉ ਗਿਆ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੀ ਸ਼ਰਨ ਵਿੱਚ ਆ ਕੇ। ਭਰਮ ਦਾ ਮਤਲਬ ਭਟਕਣਾ, ਅਗਿਆਨਤਾ, ਭੁਲੇਖਾ। ਭਉ ਦਾ ਮਤਲਬ ਡਰ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਗੁਰੂ ਜੀ ਕਹਿੰਦੇ ਨੇ ਮੇਰਾ ਡਰ ਔਰ ਭੁਲੇਖਾ ਦੂਰ ਹੋ ਗਿਆ। ਤੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਕਿਵੇਂ ਡਰ ਭੁਲੇਖਾ ਦੂਰ ਹੋਇਆ? ਗੁਣ ਗਾਵਾਂ ਪਿਆਰੇ ਨਿਤ, ਕਿ ਹੇ ਪਿਆਰੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਮੈਂ ਨਿਤ ਹੀ ਤੇਰੇ ਗੁਣ ਗਾ ਰਿਹਾ। ਗੁਣ ਗਾਣ ਦਾ ਮਤਲਬ ਕਿ ਮੈਂ ਮਨ, ਬਚਨ ਔਰ ਕਰਮ ਕਰਕੇ ਤੇਰੇ ਗੁਣਾਂ ਨੂੰ ਇੰਪਲੀਮੈਂਟ ਕਰ ਰਿਹਾ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਤੇ ਮੇਰੀ ਜ਼ਿੰਦਗੀ ਚੋਂ ਭੁਲੇਖਾ ਵੀ ਖਤਮ ਹੋ ਗਿਆ ਹੈ, ਭਟਕਣਾ ਵੀ ਮੁੱਕ ਗਈ ਹੈ, ਡਰ ਵੀ ਚਲਾ ਗਿਆ। ਭਰਮ ਦਾ ਮਤਲਬ ਭੁਲੇਖਾ, ਭਟਕਣਾ। ਬੰਦੇ ਦਾ ਮਨ ਭਟਕਦਾ ਨਾ, ਕਦੇ ਕਿਤੇ ਬੰਦੇ ਦਾ ਮਨ ਟਿਕਦਾ ਨਹੀਂ। ਬੰਦੇ ਨੂੰ ਭੁਲੇਖਾ ਹੈ ਕਿ ਸ਼ਾਇਦ ਲੋਕਾਂ ਨਾਲ ਈਰਖਾ ਕਰ ਕਰਕੇ ਮੈਨੂੰ ਖੁਸ਼ੀ ਮਿਲ ਜਾਏਗੀ, ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਦਿਖਾ ਕੇ ਸ਼ਾਇਦ ਮੈਨੂੰ ਖੁਸ਼ੀ ਮਿਲ ਜਾਏਗੀ। ਗੁਰੂ ਜੀ ਕਹਿੰਦੇ ਨੇ ਮੇਰਾ ਇਹ ਭੁਲੇਖਾ ਨਿਕਲ ਗਿਆ, ਕਿਉਂਕਿ ਮੈਂ ਗੁਣ ਗਾ ਰਿਹਾ। ਮੈਨੂੰ ਸਮਝ ਆ ਗਈ ਕਿ ਖੁਸ਼ੀ ਤੇ ਗੁਣਾਂ ਦੇ ਨਾਲ ਮਿਲਣੀ, ਪਿਆਰ, ਸਤਿਕਾਰ, ਆਨੰਦ ਇਹ ਤੇ ਗੁਣਾਂ ਨਾਲ ਮਿਲਣਾ। ਤੇ ਮੇਰੀ ਜ਼ਿੰਦਗੀ ਚੋਂ ਡਰ ਵੀ ਖਤਮ ਹੋ ਗਿਆ, ਕਿਉਂਕਿ ਹੁਣ ਮਾੜਾ ਕਰਮ ਹੀ ਨਹੀਂ ਤੇ ਡਰ ਕਾਹਦਾ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ, ਹੇ ਪਿਆਰੇ, ਮੈਂ ਨਿਤ ਹੀ ਤੇਰੇ ਗੁਣਾਂ ਦਾ ਧਾਰਨੀ ਹਾਂ। ਮੇਰੀ ਜ਼ਿੰਦਗੀ ਚੋਂ ਭੁਲੇਖਾ ਖਤਮ ਹੋ ਗਿਆ ਹੈ, ਭਰਮ ਖਤਮ ਹੋ ਗਿਆ ਹੈ, ਡਰ ਮਿਟ ਗਿਆ ਹੈ। ਸ਼ਲੋਕ ਮਹਿਲਾ ਤੀਜਾ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਹੁਣ ਇੱਥੇ ਅਰਥ ਕਰਨ ਵਿੱਚ ਥੋੜੀ ਜੀ ਮਤਭੇਦ ਹੈ। ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ, ਗੁਰੂ ਸ਼ਬਦ ਰੂਪ ਥਾਲ ਵਿੱਚ ਤਿੰਨ ਚੀਜ਼ਾਂ ਸਤ ਸੰਤੋਖ ਵਿਚਾਰ ਪਰੋਸੀਆਂ ਹਨ, ਜੋ ਹਰੀ ਨੇ ਉੱਤਮ ਖਾਣਾ ਬਣਾਇਆ ਹੈ। ਇਹਦੇ ਖਾਦਿਆਂ ਮਨ ਸ਼ਾਂਤ ਹੋ ਜਾਂਦਾ ਹੈ ਔਰ ਮੁਕਤੀ ਪ੍ਰਾਪਤ ਹੁੰਦੀ ਹੈ। ਇਹ ਜਿਹੜੇ ਚਾਰ ਪੋਥੀਆਂ ਨਾ ਸੰਚੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਹੋਈਆਂ ਨੇ, ਉਹਨਾਂ ਵਿਦਵਾਨਾਂ ਨੇ ਇਹਦੇ ਅਰਥ ਲਿਖੇ ਨੇ। ਜਿਹੜੇ ਪੋਥੀਆਂ ਵਿੱਚ ਇੱਕ ਪਾਸੇ ਪਾਠ ਹੈ, ਦੂਜੇ ਪਾਸੇ ਅਰਥ ਨੇ। ਮਨਮੋਹਨ ਸਿੰਘ ਜੀ ਇਹਦੇ ਅਰਥ ਕਰ ਰਹੇ ਨੇ, ਥਾਲ ਅੰਦਰ ਤਿੰਨ ਚੀਜ਼ਾਂ ਸਤ ਸੰਤੋਖ ਸਿਮਰਨ ਪਾਈਆਂ ਹੋਈਆਂ ਹਨ। ਇਹ ਸਵਾਮੀ ਦਾ ਸ੍ਰੇਸ਼ਟ ਅੰਮ੍ਰਿਤ ਖਾਣਾ ਹੈ। ਭਾਈ ਸਾਹਿਬ ਸਿੰਘ ਜੀ ਦਾ ਅਰਥ ਕਰ ਰਹੇ ਨੇ, ਜਿਸ ਹਿਰਦੇ ਰੂਪ ਥਾਲ ਵਿੱਚ ਸਤ ਸੰਤੋਖ ਤੇ ਵਿਚਾਰ ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ ਥਾਲ ਵਿੱਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ ਪਰੋਸਿਆ ਜਾਂਦਾ ਹੈ। ਇਹ ਤਿੰਨ ਅਰਥ ਅਲੱਗ-ਅਲੱਗ ਇਹਨਾਂ ਵਿਦਵਾਨਾਂ ਨੇ ਕੀਤੇ ਨੇ। ਤਾਂ ਹੁਣ ਇੱਥੇ ਗੱਲ ਇਹ ਹੈਗੀ ਕਿ ਥਾਲੇ ਵਿੱਚ ਤੈ ਵਸਤੂ ਪਈ, ਉਹ ਜੋ ਸਾਡਾ ਹਿਰਦਾ ਹੈ, ਸੋਚ, ਸਾਡੇ ਅੰਦਰ ਤਿੰਨ ਵਸਤੂਆਂ ਪਈਆਂ ਨੇ। ਇੱਥੇ ਉਹਨਾਂ ਤਿੰਨਾਂ ਵਸਤੂਆਂ ਦਾ ਨਾਮ ਨਹੀਂ ਲਿਖਿਆ। ਥਾਲੇ ਵਿੱਚ ਤੈ ਵਸਤੂ ਪਈ, ਉਹ ਤਿੰਨ ਵਸਤੂ ਪਈਆਂ ਨੇ, ਤੇ ਜਿਹੜੀਆਂ ਤਿੰਨ ਵਸਤੂਆਂ ਨੇ ਉਹਨਾਂ ਦਾ ਨਾਮ ਨਹੀਂ ਲਿਖਿਆ। ਹਰ ਭੋਜਨ ਅੰਮ੍ਰਿਤ ਸਾਰ, ਸਾਰ ਦਾ ਮਤਲਬ ਸ੍ਰੇਸ਼ਟ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ। ਹਰ ਭੋਜਨ ਦਾ ਮਤਲਬ ਹਰੀ ਦਾ ਭੋਜਨ, ਹਰੀ ਦੀ ਸਿਫਤ ਸਲਾਹ ਦਾ। ਇਹ ਆਤਮਿਕ ਭੋਜਨ ਜਿਹੜਾ ਹੈ, ਸ੍ਰੇਸ਼ਟ ਭੋਜਨ ਹੈ, ਉਹ ਹਰ ਹਿਰਦੇ ਦੇ ਅੰਦਰ ਪਿਆ ਹੋਇਆ ਹੈ, ਹਿਰਦੇ ਦੇ ਅੰਦਰ ਹੈ। ਅਗਲਾ ਬਚਨ ਕਰਦੇ ਨੇ, ਜਿਤ ਖਾਦ ਹੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਇਸ ਭੋਜਨ ਦੇ ਖਾਦਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖਲਾਸੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਮੋਖ ਦੁਆਰ ਦਾ ਮਤਲਬ ਵਿਕਾਰਾਂ ਤੋਂ ਖਲਾਸੀ ਦਾ ਦਰਵਾਜ਼ਾ, ਰਾਸਤਾ। ਇਹ ਭੋਜਨ ਖਾਣ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ ਔਰ ਬੰਦੇ ਨੂੰ ਵਿਕਾਰਾਂ ਤੋਂ ਖਲਾਸੀ ਮਿਲ ਜਾਂਦੀ ਹੈ। ਇਹ ਭੋਜਨ ਅਲੱਭ ਹੈ ਸੰਤੋ, ਲੱਭ ਹੈ ਗੁਰ ਵਿਚਾਰ। ਇੱਥੇ ਅਲੱਭ ਦਾ ਮਤਲਬ ਹੈ ਦੁਰਲਭ, ਔਖਾ ਜਿਹੜਾ ਲੱਭਦਾ, ਜਿਹੜਾ ਬੜਾ ਕੀਮਤੀ ਹੈ। ਲੱਭ ਹੈ ਗੁਰ ਵਿਚਾਰ ਦਾ ਮਤਲਬ ਗੁਰੂ ਦੀ ਵਿਚਾਰ ਰਾਹੀਂ ਲੱਭ ਜਾਂਦਾ ਹੈ।
कि हे रब दे प्यारिओ ये भोजन बड़ा कीमती है। अलभ का मतलब बड़ा कीमती, दुर्लभ, कीमती। हुण लभदा किवें है? किसी कीमत नाल नहीं कि पैसे नाल खरीद लो, सोना दान दे के खरीद लो, एवें नहीं। वर्तन राते रख के भोजन लभ जाए, एवें नहीं लभदा। कीमती है। लभ है गुर विचार, गुरु दी दसी विचार दी तरह दे नाल लभ जांदा है। गुर विचार दा मतलब गुरु दी विचार दी राही लभ जांदा है। जे असीं गुरु दी विचार मुताबिक जिंदगी जीवीए ना, फिर ये भोजन हर एक नूं अपने ही अंदरों लभ जांदा है। ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀ ਹੈ, ਸਦਾ ਰੱਖੀਐ ਉਰਤਾਰ। ਇੱਥੇ ਮੁਦਾਵਣੀ ਦਾ ਮਤਲਬ ਹੈ ਬੁਝਾਰਤ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰ ਰਹੇ ਨੇ ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ, ਨਾਮ। ਮਨਮੋਹਨ ਸਿੰਘ ਜੀ ਇਸ ਦਾ ਅਰਥ ਕਰ ਰਹੇ ਨੇ ਕਿ ਇਸ ਨੂੰ ਸਦਾ ਆਪਣੇ ਹਿਰਦੇ ਵਿੱਚ ਸਾਂਭ ਰੱਖਣਾ, ਪ੍ਰਭੂ ਦੇ ਨਾਮ ਦੀ ਬੁਝਾਰਤ, ਉਹ ਵੀ ਬੁਝਾਰਤ ਹੀ ਅਰਥ ਕਰ ਰਹੇ ਨੇ। ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਜੋ ਪੋਥੀਆਂ ਪ੍ਰਕਾਸ਼ਿਤ ਹੋਈਆਂ ਨੇ, ਉਹਨਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ ਵਿਦਵਾਨ ਪੁਰਸ਼ ਵੀ ਇਹਦਾ ਅਰਥ ਬੁਝਾਰਤ ਹੀ ਕਰ ਰਹੇ ਨੇ, ਮੁਦਾਵਣੀ ਦਾ ਅਰਥ। ਤੇ ਮੁਦਾਵਣੀ ਦਾ ਅਰਥ ਮੁੰਦ ਦੇਣਾ ਵੀ ਹੁੰਦਾ ਹੈ ਤੇ ਬੁਝਾਰਤ ਵੀ ਹੁੰਦਾ ਹੈ। ਇੱਥੇ ਅਰਥ ਜਿਹੜਾ ਹੈ ਬੁਝਾਰਤ ਹੀ ਹੈ। ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀ ਹੈ ਕਿ ਇਹ ਜਿਹੜੀ ਬੁਝਾਰਤ ਹੈ, ਇਹ ਜਿਹੜੀ ਬੁਝਾਰਤ ਹੈ, ਇਹਨੂੰ ਆਪਣੇ ਮਨ ਦੇ ਅੰਦਰ ਸਾਂਭ ਕੇ ਰੱਖਣਾ ਚਾਹੀਦਾ। ਇਸ ਵਸਤੂ ਨੂੰ ਸਦਾ ਰੱਖੀਏ ਉਰਤਾਰ। ਗੁਰੂ ਦੀ ਇਹ ਬੁਝਾਰਤ ਨੂੰ, ਗੁਰੂ ਦੀ ਇਹ ਸਿੱਖਿਆ ਨੂੰ ਆਪਣੇ ਹਿਰਦੇ ਦੇ ਅੰਦਰ ਸਾਂਭ ਕੇ ਰੱਖਣਾ ਚਾਹੀਦਾ। ਇਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਧੀ ਭਾਲ। ਭਾਲ ਦਾ ਮਤਲਬ ਢੂੰਡ ਕੇ। ਆਤਮਕ ਆਨੰਦ ਦੇਣ ਵਾਲੀ ਇਹ ਜਿਹੜੀ ਮੁਦਾਵਣੀ ਹੈ, ਮੁਦਾਵਣੀ ਦਾ ਮਤਲਬ ਬੁਝਾਰਤ ਹੈ, ਇਹ ਗੁਰੂ ਨੇ ਪਾਈ ਹੈ ਤੇ ਗੁਰਸਿੱਖਾਂ ਨੇ ਭਾਲ ਕੇ ਖੋਜ ਕਰਕੇ ਲੱਭ ਲਈ ਹੈ। ਔਰ ਯਾਦ ਰੱਖਣਾ, ਲੱਭੀ ਗੁਰੂ ਦੇ ਰਾਹੀਂ ਜਾਏਗੀ। ਪਿਛਲੀ ਪੰਕਤੀ ਵਿੱਚ ਅਸੀਂ ਪੜ੍ਹੇ ਆ ਨਾ, ਲੱਭੇ ਗੁਰ ਵਿਚਾਰ। ਗੁਰੂ ਦੀ ਵਿਚਾਰ ਰਾਹੀਂ ਹੀ ਇਹਦਾ ਉੱਤਰ ਵੀ ਮਿਲੇਗਾ, ਉਹ ਭੋਜਨ ਲੱਭੇਗਾ ਵੀ। ਗੁਰਸਿੱਖਾਂ ਲੱਧੀ ਭਾਲ, ਨਾਨਕ ਜਿਸ ਬੁਝਾਏ ਸੋ ਬੁਝਸੀ, ਹਰ ਪਾਇਆ ਗੁਰਮੁਖ ਕਾਲ। ਕਾਲ ਦਾ ਮਤਲਬ ਮਿਹਨਤ ਕਰਕੇ, ਐਸੀ ਜ਼ਿੰਦਗੀ ਜੀ ਕੇ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਜਿਸ ਮਨੁੱਖ ਨੂੰ ਇਹਦੀ ਸਮਝ ਦਿੰਦਾ ਹੈ ਉਹ ਸਮਝਦਾ ਹੈ। ਜਿਹਦੀ ਸਮਝ ਪ੍ਰਭੂ ਦਿੰਦਾ ਹੈ ਉਹ ਇਨਸਾਨ ਇਹਨੂੰ ਸਮਝਦਾ ਹੈ, ਇਸ ਮੁਦਾਵਣੀ ਨੂੰ, ਬੁਝਾਰਤ ਨੂੰ। ਲੇਕਿਨ ਉਹ ਸਮਝ ਕਿਹਨੂੰ ਦਿੰਦਾ ਹੈ, ਕਿਸ ਦੇ ਜ਼ਰੀਏ ਦਿੰਦਾ ਹੈ? ਹਰ ਪਾਇਆ ਗੁਰਮੁਖ ਕਾਲ। ਸਤਿਗੁਰ ਦੇ ਸਨਮੁਖ ਹੋ ਕੇ, ਘਾਲ ਨਾ ਘਾਲ ਕੇ ਉਹ ਹਰੀ ਨੂੰ ਮਿਲ ਜਾਂਦਾ। ਯਾਨੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਗੁਰੂ ਦੀ ਵਿਚਾਰ ਨੂੰ ਅਪਣਾ ਕੇ, ਉਹ ਫਿਰ ਘਾਲ ਨਾ ਘਾਲ ਕੇ ਉਹ ਹਰੀ ਨੂੰ ਮਿਲ ਲੈਂਦਾ ਹੈ, ਇਸ ਭੋਜਨ ਨੂੰ ਪ੍ਰਾਪਤ ਕਰ ਲੈਂਦਾ। ਹੁਣ ਥੋੜੀ ਜਿਹੀ ਵਿਚਾਰ ਆਪ ਦੇ ਨਾਲ ਮੈਂ ਇਹਦੇ ਬਾਰੇ ਸਾਂਝੀ ਕਰਦੇ ਹਾਂ। ਇਸ ਸ਼ਲੋਕ ਦੇ ਅੰਦਰ ਅਸੀਂ ਪੜਿਆ ਹੈ, ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਇਹ ਥਾਲ, ਹਿਰਦੇ ਰੂਪ ਥਾਲ ਦੇ ਵਿੱਚ 3 ਵਸਤੂਆਂ ਪਈਆਂ ਨੇ ਔਰ ਇਹ ਸ੍ਰੇਸ਼ਟ ਭੋਜਨ ਹੈ, ਆਤਮਿਕ ਜੀਵਨ ਦੇਣ ਵਾਲਾ। ਲੇਕਿਨ ਇੱਥੇ ਉਹਨਾਂ 3 ਵਸਤੂਆਂ ਦਾ ਨਾਮ ਨਹੀਂ ਲਿਖਿਆ। ਇਹ ਚੀਜ਼ ਗੁਪਤ ਰੱਖੀ ਹੈ, ਬੁਝਾਰਤ ਹੈ। ਇਹਦਾ ਉੱਤਰ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਦੀ ਸੰਪਾਦਨਾ ਕੀਤੀ ਤੇ ਅਖੀਰ ਦੇ ਅੰਦਰ ਜਾ ਕੇ ਇਸ ਬੁਝਾਰਤ ਦਾ ਉੱਤਰ ਦਿੱਤਾ ਹੋਇਆ ਹੈ। ਮੁਦਾਵਣੀ ਮਹਿਲਾ 5ਵਾਂ। ਥਾਲ ਵਿੱਚ 3 ਵਸਤੂ ਪਈਓ, ਸਤ, ਸੰਤੋਖ, ਵਿਚਾਰੋ। ਤਾਂ ਇਹ 3 ਚੀਜ਼ਾਂ ਨੇ, ਸਤ, ਸੰਤੋਖ ਔਰ ਵਿਚਾਰ। यानी सच्चाई, संतोख और विचार। ये 3 तरह का भोजन है। अमृत नाम ठाकुर का पयो, इथे हर भोजन अमृतसार कह रहे ने, उथे अमृत नाम ठाकुर का कह रहे ने। यानी ये प्रभु मिलाप का एक भोजन है, सिफत सलाह का भोजन है। जे को खावे जे को पुंचे तिसका होए उधारो। जेड़ा इनू खाए पचाएगा ओदा उधार हो जाएगा। ਤਾਂ ਹੁਣ ਜੀਵਨ ਦੇ ਅੰਦਰ 3 ਚੀਜ਼ਾਂ ਬਹੁਤ ਲਾਜ਼ਮੀ ਨੇ। ਇੱਕ ਸੱਚਾਈ, ਉੱਚਾ ਆਚਰਣ, ਯਾਨੀ ਮਨ, ਬਚਨ, ਕਰਮ ਕਰਕੇ ਸੱਚੇ ਹੋਣਾ।
ਮਾਨਸਿਕਤਾ ਵੀ ਸੱਚੀ ਹੋਵੇ, ਬੋਲ ਵੀ ਸੱਚੇ ਹੋਣ, ਬਿਹੇਵੀਅਰ ਵੀ ਸੱਚਾ ਹੋਵੇ। ਤੇ ਦੂਜੀ ਗੱਲ, ਬੰਦਾ ਸੰਤੁਸ਼ਟ ਹੋਵੇ, ਸੰਤੋਖੀ ਹੋਵੇ। ਤੇ ਤੀਜੀ ਗੱਲ, ਉਹ ਬੰਦਾ ਵਿਚਾਰ ਕਰ ਜਾਣਦਾ ਹੋਵੇ, ਬਿਨਾਂ ਵਿਚਾਰਨ ਤੋਂ ਨਹੀਂ। ਵਿਚਾਰ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ, ਉਹਦੀ ਹਰ ਵਿਚਾਰ ਦਾ ਜਿਹੜਾ ਨਾ ਬੇਸ ਸੱਚਾਈ ਦੇ ਔਰ ਸੰਤੋਖ ਦੇ ਉੱਤੇ ਆਧਾਰਿਤ ਹੋ। ਉਹਦਾ ਸੱਚਾਈ ਔਰ ਸੰਤੋਖ ਦੇ ਉੱਤੇ ਆਧਾਰਿਤ ਹੋਵੇ, ਗਿਆਨ ਮੁਤਾਬਕ ਜ਼ਿੰਦਗੀ ਜੀਵੇ। ਯਾਨੀ ਗਿਆਨ, ਸੱਚਾ ਗਿਆਨ, ਸੱਚ ਔਰ ਸੰਤੋਖ, ਇਹ ਜਿਹੜਾ ਭੋਜਨ ਹੈ, ਇਹ ਆਤਮਿਕ ਜੀਵਨ ਦੇਣ ਵਾਲਾ ਭੋਜਨ। ਜਿਹੜਾ ਵੀ ਇਸ ਭੋਜਨ ਨੂੰ ਖਾਏ ਪਚਾਏਗਾ, ਉਹਦਾ ਉद्धार ਹੋਏਗਾ। ਤੇ ਗੁਰੂ ਜੀ ਕਹਿੰਦੇ ਨੇ, ਇਹ ਵਸਤ ਤਜੀ ਨਹਿ ਜਾਈ। ਇਸ ਵਸਤੂ ਨੂੰ, ਸੱਚਾਈ, ਸੰਤੋਖ ਔਰ ਗਿਆਨ ਨੂੰ ਛੱਡਿਆ ਨਹੀਂ ਜਾ ਸਕਦਾ। ਜਿਹੜਾ ਇਹਨੂੰ ਛੱਡੇਗਾ, ਉਹਨੂੰ ਆਤਮਿਕ ਮੌਤ ਦਾ ਖਤਰਾ ਸਹਿੜਨਾ ਪਵੇਗਾ। ਇਸ ਲਈ ਨਿਤ ਰੱਖ ਉਰ ਧਾਰੋ, ਇਹਨੂੰ ਹਮੇਸ਼ਾ ਆਪਣੀ ਸੋਚ ਦੇ ਅੰਦਰ ਧਾਰਨ ਕਰਕੇ ਰੱਖੋ, ਸੋਚ ਵਿੱਚ। ਇਸ ਲਈ ਗੁਰੂ ਰਹਿਮਤ ਕਰੇ ਕਿ ਅਸੀਂ ਇਹ ਚੀਜ਼ ਨੂੰ ਸਮਝ ਸਕੀਏ। ਤੇ ਇਹ ਭੋਜਨ ਗੁਰੂ ਜੀ ਕਹਿੰਦੇ ਨੇ ਥਾਲ ਦੇ ਅੰਦਰ ਪਿਆ ਹੋਇਆ ਹੈ, ਹਰ ਹਿਰਦੇ ਦੇ ਅੰਦਰ ਪਿਆ ਹੋਇਆ ਹੈ। ਜੋ ਆਪਾਂ ਗੱਲ ਰੋਜ਼ ਕਲਾਸ ਵਿੱਚ ਕਰ ਰਹੇ ਹਾਂ, ਹਰ ਹਿਰਦੇ ਦੇ ਅੰਦਰ ਪਿਆ ਹੋਇਆ ਹੈ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਸੱਚਾਈ ਨਹੀਂ ਹੈ, ਸੰਤੋਖ ਨਹੀਂ ਹੈ, ਗਿਆਨ ਨਹੀਂ ਹੈ। ਇਹ ਸਾਰਾ ਕੁਝ ਅੰਦਰ ਹੈ, ਇਹਨੂੰ ਯੂਜ਼ ਕਰਨਾ ਹੈ। ਔਰ ਇਹ ਮਿਲੇਗਾ ਸਾਰਾ ਕੁਝ ਕਿਵੇਂ? ਗੁਰੂ ਦੇ ਜ਼ਰੀਏ। ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ, ਗੁਰੂ ਚਰਨਾਂ ਦੀ ਅਸੀਂ ਸ਼ਰਨ ਲਵਾਂਗੇ, ਤੇ ਗੁਰੂ ਦੇ ਗਿਆਨ ਰਾਹੀਂ ਸਾਨੂੰ ਸਮਝ ਆਏਗੀ ਕਿ ਸਾਰਾ ਕੁਝ ਸਾਡੇ ਅੰਦਰ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਆਤਮਿਕ ਜ਼ਿੰਦਗੀ ਜੀ ਸਕਦੇ ਹਾਂ। ਅਗਲਾ ਬਚਨ ਕਰਦੇ ਨੇ, ਮਹਿਲਾ ਤੀਜਾ, ਜੋ ਧੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ। ਜੋ ਧੁਰ ਮੇਲੇ ਸੇ ਮਿਲ ਰਹੇ, ਧੁਰ ਤੋਂ ਹੀ ਜਿਹੜੇ ਮੇਲੇ ਨੇ ਉਹ ਹੀ ਮਿਲੇ ਨੇ। ਤੇ ਧੁਰ ਤੋਂ ਕੌਣ ਮੇਲੇ ਨੇ? ਸਤਿਗੁਰ ਸਿਉ ਚਿਤ ਲਾਏ, ਜਿਨ੍ਹਾਂ ਨੇ ਗੁਰੂ ਦੇ ਨਾਲ ਚਿੱਤ ਜੋੜਿਆ ਹੈ, ਉਹਨਾਂ ਨੂੰ ਰੱਬ ਨੇ ਨਾਲ ਮਿਲਿਆ ਹੈ। ਦੇਖੋ, ਜੋ ਧੁਰ ਮੇਲੇ, ਧੁਰ ਦਾ ਮਤਲਬ ਸ਼ੁਰੂ ਤੋਂ, ਸੇ ਮਿਲ ਰਹੇ, ਸ਼ੁਰੂ ਤੋਂ ਹੀ ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮਿਲਿਆ ਹੈ, ਉਹ ਮਿਲੇ ਰਹਿੰਦੇ ਨੇ। ਤੇ ਸ਼ੁਰੂ ਤੋਂ ਮਿਲਿਆ ਕਿਹਨਾਂ ਨੂੰ ਹੈ? ਉਹ ਮੈਥਡ ਕਿਹੜਾ ਹੈ ਮਿਲਣ ਦਾ? ਸਤਿਗੁਰ ਸਿਉ ਚਿਤ ਲਾਏ, ਜਿਨ੍ਹਾਂ ਨੇ ਸਤਿਗੁਰ ਦੇ ਨਾਲ ਚਿੱਤ ਜੋੜਿਆ। ਯਾਨੀ ਧੁਰ ਤੋਂ ਹੀ, ਸ਼ੁਰੂ ਤੋਂ ਹੀ, ਜਦੋਂ ਤੋਂ ਇਸ ਸ੍ਰਿਸ਼ਟੀ ਰਚਨਾ ਹੈ, ਜਦੋਂ ਤੋਂ ਬੰਦਾ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਉਹ ਬੰਦਾ ਮਿਲਿਆ ਹੈ ਜਿਹੜਾ ਗੁਰੂ ਦੇ ਨਾਲ ਚਿੱਤ ਲਾਇਆ ਹੈ, ਜਿਨਨੇ ਗਿਆਨ ਦੀ ਵਰਤੋਂ ਕੀਤੀ ਹੈ। ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ। ਜਿਨਨੇ ਵਿਵੇਕ ਬੁੱਧ ਦੀ ਵਰਤੋਂ ਕੀਤੀ ਹੈ, ਜਿਨਨੇ ਗੁਰੂ ਦੇ ਨਾਲ ਚਿੱਤ ਜੋੜਿਆ ਹੈ, ਗੁਰੂ ਗਿਆਨ ਦੇ ਨਾਲ ਜੋ ਜੁੜਿਆ ਹੈ, ਧੁਰ ਤੋਂ ਹੀ ਉਹ ਮਿਲੇ ਨੇ ਜਿਨ੍ਹਾਂ ਨੂੰ ਰੱਬ ਨੇ ਮਿਲਿਆ। ਤੇ ਮਿਲਿਆ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰ ਨਾਲ ਚਿੱਤ ਲਾਇਆ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ। ਆਪ ਵਿਛੋੜੇਨ ਸੇ ਵਿਛੁੜੇ, ਦੂਜੇ ਭਾਏ ਖੁਆਏ। ਤੇ ਆਪ ਹੀ ਜਿਨ੍ਹਾਂ ਨੂੰ ਵਿਛੋੜਿਆ ਹੈ, ਉਹ ਵਿਛੁੜੇ ਨੇ। ਇਹ ਵੀ ਸ਼ੁਰੂ ਤੋਂ ਹੀ ਗੱਲ ਚੱਲੀ ਆਉਂਦੀ, ਧੁਰ ਤੋਂ ਹੀ। ਤੇ ਧੁਰ ਤੋਂ ਕਿੰਨਾਂ ਨੂੰ ਵਿਛੋੜਿਆ ਹੈ ਤੇ ਕਿਹੜੇ ਵਿਛੜੇ ਨੇ? ਦੂਜੇ ਭਾਏ ਖੁਆਏ, ਜਿਹੜੇ ਦੂਜੇ ਭਾ ਦੇ ਅੰਦਰ ਖੁਆਰ ਹੋ ਰਹੇ ਨੇ, ਦਵੈਤ ਵਿੱਚ ਨੇ, ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ, ਜਿਨ੍ਹਾਂ ਨੇ ਰੱਬੀ ਹੁਕਮ ਤੋਂ ਉਲਟ ਜੋ ਕੁਛ ਵਰਤਾਇਆ ਹੈ ਜਾਂ ਜੀਵਨ ਜੀਵਿਆ, ਰੱਬੀ ਹੁਕਮ ਤੋਂ ਉਲਟ ਜੋ ਜੀਵੇ ਨੇ, ਉਹਨਾਂ ਨੂੰ ਰੱਬ ਨੇ ਆਪ ਵਿਛੋੜਿਆ, ਉਹ ਵਿਛੜੇ ਨੇ। ਹੁਣ ਉਹ ਵਿਛੜੇ ਨੇ ਜਿਨ੍ਹਾਂ ਨੂੰ ਆਪ ਵਿਛੋੜਿਆ। ਤੇ ਵਿਛੋੜਿਆ ਕਿਹਨਾਂ ਨੂੰ ਹੈ? ਦੂਜੇ ਭਾਏ ਖੁਆਏ, ਜਿਹੜੇ ਦੂਜੇ ਭਾ ਦੇ ਅੰਦਰ ਖੁਆਰ ਹੋ ਰਹੇ ਨੇ, ਉਹਨਾਂ ਨੂੰ ਆਪ ਹੀ ਵਿਛੋੜ ਦਿੱਤਾ, ਉਹ ਵਿਛੜਦੇ ਨੇ ਰਜਾ ਦੇ ਅੰਦਰ। ਤੇ ਧੁਰ ਤੋਂ ਹੀ ਜਿਨ੍ਹਾਂ ਨੂੰ ਮਿਲਿਆ ਹੈ, ਉਹ ਮਿਲੇ ਨੇ। ਤੇ ਮਿਲਿਆ ਕਿਹਨਾਂ ਨੂੰ? ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਰਹੇ ਨੇ। ਤਾਂ ਹੁਣ ਜ਼ਿੰਮੇਵਾਰੀ ਕਿਹਦੀ ਬਣੀ? ਵਿਛੜਨ ਦੀ ਔਰ ਮਿਲਣ ਦੀ। ਸਾਡੀ ਨਾ, ਕਿ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਾਂਗੇ ਤੇ ਰੱਬ ਸਾਨੂੰ ਆਪਣੇ ਨਾਲ ਮਿਲਾ ਲਏਗਾ। ਤੇ ਜੇ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਵਾਂਗੇ ਤੇ ਰੱਬ ਸਾਨੂੰ ਵਿਛੋੜ ਦੇਗਾ। ਹੁਣ ਜ਼ਿੰਮੇਵਾਰੀ ਕਿਹਦੀ ਹੈ? ਮੇਨ ਸਾਡੀ ਨਾ, ਬੰਦੇ ਦੀ ਨਾ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾਉਣਾ ਚਾਹੁੰਦੇ ਨੇ ਕਿ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹ ਰੱਬ ਦੇ ਵਿੱਚ ਮਿਲ ਜਾਂਦੇ ਨੇ।
ਲੇਕਿਨ ਗੁਰੂ ਗਿਆਨ ਤੋਂ ਉਲਟ ਜੋ ਮਾਇਆ ਅੰਦਰ ਚਿੱਤ ਲਾਉਂਦੇ ਨੇ, ਮਾਇਆ ਦਾ ਮਤਲਬ ਉਹ ਮੈਂਟੈਲਿਟੀ ਤੁਸੀਂ ਸਮਝਦੇ ਹੋ, ਜਿਨ੍ਹਾਂ ਨੇ ਉਸ ਦੇ ਵਿੱਚ ਚਿੱਤ ਲਾਇਆ ਹੈ, ਸੱਚ ਨੂੰ ਛੱਡਿਆ ਹੈ, ਉਹ ਵਿਛੜ ਜਾਂਦੇ ਨੇ। ਨਾਨਕ ਵਿਣ ਕਰਮਾ ਕਿਆ ਪਾਈ ਹੈ, ਪੂਰਬ ਲਿਖਿਆ ਕਮਾਏ। ਹੁਣ ਅੱਗੇ ਹੋਰ ਦੇਖੋ ਸਪਸ਼ਟ ਕਰ ਰਹੇ ਨੇ ਕਿ ਕਰਮਾਂ ਤੋਂ ਬਿਨਾ ਕੀ ਪਾ ਸਕਨੇ ਆ। ਨਾਨਕ ਵਿਣ ਕਰਮਾ ਕਿਆ ਪਾਈ ਹੈ, ਕਿ ਕੰਮ ਕਰਨ ਤੋਂ ਬਿਨਾ, ਉਦਮ ਕਰਨ ਤੋਂ ਬਿਨਾ ਕੀ ਕੁਛ ਮਿਲਦਾ ਹੈ। ਤੁਸੀਂ ਜਦੋਂ ਸਿਰ ਹਿਲਾ ਕੇ ਦੱਸੋਗੇ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਮਿਲਦਾ ਹੈ ਕਿ ਨਹੀਂ। ਕਰਮਾਂ ਤੋਂ ਬਿਨਾ ਕੁਛ ਮਿਲਦਾ ਹੈ ਜੀ? ਨਹੀਂ ਮਿਲਦਾ ਨਾ। ਜੇ ਕੰਮ ਨਾ ਕਰੋ ਤੇ ਰੋਟੀ ਵੀ ਨਹੀਂ ਮਿਲਦੀ, ਜੇ ਨਾ ਪਕਾਓ। ਜੇ ਕੰਮ ਨਾ ਕਰੋ ਤੇ ਘਰ ਦੀ ਸਫਾਈ ਨਹੀਂ ਹੁੰਦੀ, ਝਾੜੂ ਨਾਲ। ਨਿੱਕੇ ਨਿੱਕੇ ਕੰਮ ਨੇ ਨਾ, ਕੰਮਾਂ ਤੋਂ ਬਿਨਾ ਕੁਛ ਵੀ ਤੇ ਨਹੀਂ ਨਾ ਮਿਲਦਾ, ਕੰਮ ਕੀਤਿਆਂ ਹੀ ਮਿਲੇ। ਤੇ ਕੰਮ ਕਿਹੜੇ ਅਸੀਂ ਕਰਦੇ ਆ? ਪੂਰਬ ਲਿਖਿਆ ਕਮਾਏ। ਜੋ ਪੂਰਬ ਦੇ ਅੰਦਰ ਲਿਖੇ ਨੇ ਉਹ ਅਸੀਂ ਕਮਾਈ ਜਾਂਦੇ, ਉਹ ਅਸੀਂ ਕੰਮ ਕਰੀ ਜਾਂਦੇ। ਪੂਰਬ ਦਾ ਮਤਲਬ ਬੀਤ ਗਏ ਸਮੇਂ ਵਿੱਚ, ਲਿਖਿਆ ਦਾ ਮਤਲਬ ਜਿਹੜੇ ਕੰਮ ਕਰਕੇ ਅਸੀਂ ਸੰਸਕਾਰ ਪੈਦਾ ਕਰ ਲੈਣੇ, ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ ਜੋ ਵੀ ਪੈਦਾ ਕਰ ਲਈਏ, ਚੰਗਾ ਜਾਂ ਮੰਦਾ ਸੁਭਾਅ ਜਿਹੜਾ ਅਸੀਂ ਬਣਾ ਲਿਆ ਹੈ, ਉਹ ਅਸੀਂ ਕੰਮ ਕਰੀ ਜਾ ਰਹੇ ਹਾਂ। ਉਹ ਸੋਚ ਮੁਤਾਬਕ ਬੋਲਦੇ ਹਾਂ, ਉਸ ਸੋਚ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਉਸ ਸੋਚ ਮੁਤਾਬਕ ਬਿਹੇਵੀਅਰ ਕਰਦੇ ਹਾਂ। ਤੇ ਜੈਸੇ ਸਾਡੇ ਬੋਲ, ਸੋਚ ਔਰ ਬਿਹੇਵੀਅਰ ਹੁੰਦਾ ਹੈ, ਵੈਸਾ ਹੀ ਸਾਨੂੰ ਫਲ ਮਿਲੀ ਜਾਂਦਾ। ਕੰਮਾਂ ਤੋਂ ਬਿਨਾ ਕੁਛ ਨਹੀਂ ਮਿਲਦਾ, ਫਲ ਕੰਮ ਦਾ ਮਿਲਦਾ ਹੈ। ਜੈਸਾ ਵੀ ਕੰਮ ਅਸੀਂ ਕਰਾਂਗੇ, ਕਿਰਤ ਕਰਾਂਗੇ, ਤੇ ਕਿਰਤ ਕੰਮ ਅਸੀਂ ਉਹ ਕਰਾਂਗੇ ਜੈਸੀ ਅਸੀਂ ਆਪਣੇ ਅੰਦਰ ਸੰਸਕਾਰ ਬਣਾ ਲੈਣੇ। ਤਾਂ ਜੇ ਗੁਰਮਤ ਆਸ਼ੇ ਅਨੁਸਾਰ ਕੋਈ ਬੰਦਾ ਜ਼ਿੰਦਗੀ ਜੀ ਰਿਹਾ ਹੈ, ਉਹਦੇ ਜੀਵਨ ਦੇ ਅੰਦਰ ਚੰਗੇ ਲੇਖ ਲਿਖੇ ਗਏ ਨੇ, ਭਾਵ ਚੰਗੇ ਸੰਸਕਾਰ ਬਣ ਗਏ ਨੇ, ਚੰਗਾ ਸੁਭਾਅ ਬਣ ਗਿਆ ਹੈ, ਉਹ ਚੰਗਾ ਜੀਵਨ ਜੀ ਰਿਹਾ ਹੈ, ਉਹਨੂੰ ਫਲ ਚੰਗਾ ਮਿਲ ਰਿਹਾ ਹੈ। ਤੇ ਜਿਨ੍ਹਾਂ ਨੇ ਗੁਰਮਤ ਤੋਂ ਉਲਟ ਆਪਣਾ ਸੁਭਾਅ ਬਣਾ ਰਿਹਾ ਹੈ, ਉਸ ਤਰ੍ਹਾਂ ਦੀ ਜ਼ਿੰਦਗੀ ਜੀ ਕੇ ਉਹ ਕਰੀ ਜਾ ਰਹੇ ਨੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਇੱਥੇ ਜੈਸੇ ਬੰਦਾ ਕਰਮ ਕਰਦਾ ਹੈ ਵੈਸਾ ਹੀ ਉਹਨੂੰ ਫਲ ਮਿਲਦਾ ਹੈ। ਪੌੜੀ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ। ਬਹਿ ਦਾ ਮਤਲਬ ਬਹਿ ਕੇ, ਸਖੀਆਂ ਦਾ ਮਤਲਬ ਸਹੇਲੀਆਂ, ਸਤਸੰਗੀ, ਜਿਹੜੇ ਰੱਬ ਦੇ ਪਿਆਰੇ ਨੇ, ਜੋ ਸੱਚ ਦੇ ਮੁਤਲਾਸ਼ੀ ਨੇ, ਹਰੀ ਦੇ ਜੋ ਸਿਫਤ ਸਲਾਹ ਕਰਨ ਵਾਲੇ ਨੇ, ਜੋ ਪ੍ਰਭੂ ਨੂੰ ਪਾਣਾ ਚਾਹੁੰਦੇ ਨੇ, ਜੋ ਸੁਖ ਚਾਹੁੰਦੇ ਨੇ, ਸ਼ਾਂਤੀ ਚਾਹੁੰਦੇ ਨੇ, ਆਨੰਦ ਚਾਹੁੰਦੇ ਨੇ, ਪ੍ਰਸੰਨਤਾ ਚਾਹੁੰਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਚਾਹ ਹੈ ਕਿ ਉਹਨਾਂ ਦਾ ਜੀਵਨ ਚੰਗਾ ਹੋਵੇ, ਸਮਾਜ ਚੰਗਾ ਹੋਵੇ। ਜਿਹੜੇ ਵੀ ਇਹ ਸੋਚ ਵਾਲੇ ਲੋਕ ਨੇ, ਸੱਚ ਦੇ ਮੁਤਲਾਸ਼ੀ ਨੇ, ਉਹ ਸਖੀਆਂ ਬਹਿ ਕੇ ਪ੍ਰਭੂ ਦਾ ਸਿਫਤ ਸਲਾਹ ਕਰਦੀਆਂ ਨੇ, ਰੱਬ ਦਾ ਯਸ਼ ਗਾਉਂਦੀਆਂ ਨੇ। ਸਖੀਆਂ ਦਾ ਮਤਲਬ ਸੱਜਣ ਮਿੱਤਰ ਮਿਲ ਕੇ, ਸਤਸੰਗੀ ਜਨ ਮਿਲ ਕੇ, ਜਿਹੜੇ ਵੀ ਪ੍ਰਭੂ ਪਿਆਰ ਵਾਲੇ ਨੇ, ਉਹਨਾਂ ਦੀ ਨਿਸ਼ਾਨੀ ਕੀ ਹੈ? ਕਿੰਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਰੱਬ ਦੇ ਪਿਆਰੇ ਨੇ, ਗੁਰਸਿੱਖ ਨੇ, ਜਾਂ ਕੋਈ ਵੀ ਸ਼ਬਦ, ਜਿਹੜੇ ਜਸ ਗਾਉਂਦੇ ਨੇ। ਜਸ ਦਾ ਮਤਲਬ ਸਿਫਤ ਸਲਾਹ ਕਰਦੇ ਨੇ, ਜਿਹੜੇ ਸਿਰਫ ਗੁਣਾਂ ਦੀ ਗੱਲ ਕਰਦੇ। ਤਾਂ ਦੇਖੋ ਕਿੰਨਾ ਸੌਖਾ ਸਾਡੇ ਵਾਸਤੇ ਸਾਧਨ ਪ੍ਰਭੂ ਦੇ ਮਿਲਾਪ ਦਾ। ਦੂਜਾ, ਸਾਨੂੰ ਮਿਲਵਰਤਨ ਕਿੰਨਾ ਵਧੀਆ ਦੇ ਰਹੇ ਨੇ ਕਿ ਸਿਫਤ ਸਲਾਹ ਕਰਨੀ ਹੈ ਜਦੋਂ ਬਹਿਣਾ ਹੈ, ਆਪਣੇ ਰਿਸ਼ਤੇਦਾਰਾਂ, ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ, ਸਹੁਰਿਆਂ ਕੋਲ, ਸੱਜਣਾ ਮਿੱਤਰਾਂ ਕੋਲ, ਯਾਰਾਂ ਦੋਸਤਾਂ ਕੋਲ, ਜਾਂ ਜਿੱਥੇ ਅਸੀਂ ਜੌਬ ਕਰਦੇ ਹਾਂ, ਜਿੱਥੇ ਵੀ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲੇ, ਤਾਂ ਉੱਥੇ ਸਿਰਫ ਪੋਜ਼ਿਟਿਵ ਗੱਲ ਕਰਨੀ, ਸਕਾਰਾਤਮਕ ਬੋਲਣਾ ਹੈ, ਗੁਣਾਂ ਦੀ ਗੱਲ ਕਰਨੀ ਹੈ, ਤਾਂ ਜੀਵਨ ਸੌਖਾ ਹੋ ਜਾਏਗਾ। ਰੱਬੀ ਗੁਣਾਂ ਦੀ ਗੱਲ ਸੱਚਾਈ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਰੱਬ ਦੇ ਪਿਆਰਿਆਂ ਦੀ ਇਹ ਨਿਸ਼ਾਨੀ। ਹਰ ਨਾਮ ਸਲਾਹੇ ਹੋ ਨਿਤ, ਹਰ ਕੋ ਬਲਿਹਾਰੀਆ। ਗੁਰੂ ਸਾਹਿਬ ਜੀ ਕਹਿੰਦੇ ਨੇ, ਉਹ ਹਰ ਕੋ ਬਲਿਹਾਰੀਆ ਦਾ ਮਤਲਬ ਉਹ ਰੱਬ ਤੋਂ ਬਲਿਹਾਰ ਜਾਂਦੇ ਨੇ, ਰੱਬ ਤੋਂ ਉਹ ਬਲਿਹਾਰ ਜਾਂਦੇ ਨੇ। ਤੇ ਨਾਲ ਦੂਜਿਆਂ ਨੂੰ ਉਹ ਕਹਿੰਦੇ ਨੇ, ਹਰ ਨਾਮ ਸਲਾਹੇ ਹੋ ਨਿਤ, ਕੇ ਪਿਆਰਿਓ ਤੁਸੀਂ ਵੀ ਰੱਬ ਦੀ ਨਿਤ ਹੀ ਸਿਫਤ ਸਲਾਹ ਕਰੋ। ਆਪ ਵੀ ਰੱਬੀ ਗੁਣਾਂ ਤੋਂ ਬਲਿਹਾਰ ਜਾ ਰਹੇ ਨੇ, ਔਰ ਦੂਜਿਆਂ ਨੂੰ ਵੀ ਕਹਿ ਰਹੇ ਨੇ, ਹਰ ਨਾਮ ਸਲਾਹੇ ਹੋ ਨਿਤ, ਕਿ ਪਿਆਰਿਓ ਹਮੇਸ਼ਾ ਹੀ ਰੱਬ ਦੀ ਸਿਫਤ ਸਲਾਹ ਕਰੋ। ਹਰ ਨਾਮ ਸਲਾਹੇ ਦਾ ਮਤਲਬ ਸਿਫਤ ਸਲਾਹ ਕਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਰੱਬੀ ਹੁਕਮ ਦੇ ਅੰਦਰ ਤੁਰੋ। ਆਪ ਵੀ ਹੁਕਮ ਤੋਂ ਬਲਿਹਾਰ ਨੇ, ਆਪ ਵੀ ਗੁਣਾਂ ਤੋਂ ਕੁਰਬਾਨ ਨੇ, ਤੇ ਨਾਲ ਦੂਜਿਆਂ ਨੂੰ ਵੀ ਉਹ ਗੁਣਾਂ ਦੀ ਪ੍ਰੇਰਨਾ ਦਿੰਦੇ ਨੇ।
मैं रोज ये बेनती कर रहा कि जे बंदा अपनी बोल बाणी ਨੂੰ ਪੋਜ਼ਿਟਿਵ ਕਰ ਲਵੇ ਨਾ, ਬੋਲ ਬਾਣੀ ਤਾਂ ਹੀ ਪੋਜ਼ਿਟਿਵ ਹੋਏਗੀ ਜੇ ਸੋਚ ਦੇ ਅੰਦਰ ਪੋਜ਼ਿਟਿਵਿਟੀ ਆਏਗੀ। ਸਿਰਫ ਗੁਣਾਂ ਦੀ ਗੱਲ, ਪੋਜ਼ਿਟਿਵ ਗੱਲ ਕਰਨੀ ਸ਼ੁਰੂ ਕਰ ਦੇਵੇ, ਜ਼ਿੰਦਗੀ ਬਦਲ ਜਾਏਗੀ। ਜਿਵੇਂ ਅਸੀਂ ਕਲਾਸ ਵਿੱਚ ਵੀ ਹੁਣ ਵਿਚਾਰ ਕੀਤੀ ਤੇ ਬਾਅਦ ਦੇ ਵਿੱਚ ਅਸੀਂ ਜੋ ਵਿਚਾਰ ਦੇਣੇ ਨੇ, ਮੈਂ ਜਾਂ ਤੁਸੀਂ ਕਿਸੇ ਵੀ ਵੀਰ ਭੈਣ ਨੇ, ਤਾਂ ਅਸੀਂ ਉਹ ਪੋਜ਼ਿਟਿਵ ਚੀਜ਼ ਨੋਟ ਕਰੀਏ। ਜਦੋਂ ਅਸੀਂ ਕਹਿੰਦੇ ਕਿ ਅਸੀਂ ਇਹ ਨਹੀਂ ਕਰਦੇ, ਅਸੀਂ ਇਹ ਨਹੀਂ ਕਰਦੇ, ਉਹ ਨਹੀਂ ਕਰਦਾ, ਇਹਦੀ ਬਜਾਏ ਅਸੀਂ ਇਹ ਗੱਲ ਕਹੀਏ ਕਿ ਮੈਂ ਇਹ ਚੰਗਾ ਕਰਦਾ, ਉਹ ਚੰਗਾ ਕਰਦਾ ਹੈ। ਜੋ ਚੰਗੀ ਪੋਜ਼ਿਟਿਵ ਚੀਜ਼ ਹੈ ਉਹ ਦਿੱਤੀ ਜਾਏ, ਉਹ ਬੋਲੀ ਜਾਏ, ਉਹ ਸੋਚਿਆ ਜਾਏ, ਤਾਂ ਵਾਸਤਵ ਦੇ ਵਿੱਚ ਜੀਵਨ ਬਦਲ ਜਾਏਗਾ। ਦੇਖੋ, ਇਹ ਦੁਨੀਆ ਵਿੱਚ ਹਰ ਬੰਦਾ ਮਾੜਾ ਨਹੀਂ ਹੈ, ਕਿਸੇ ਨਾ ਕਿਸੇ ਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ। ਇਹ ਚੀਜ਼ ਬੜੀ ਵਿਚਾਰਨ ਵਾਲੀ ਹੈ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਹੁਣ ਇਹਦਾ ਮੀਨਿੰਗ ਜਿਹੜਾ ਹੈ ਨਾ, ਉਹ ਅਸੀਂ ਸਹੀ ਢੰਗ ਨਾਲ ਸਮਝਿਆ ਨਹੀਂ, ਜੋ ਮੈਨੂੰ ਸਮਝ ਆਉਂਦਾ। ਹੁਣ ਜੇ ਤਾਂ ਅੱਖਰੀ ਅਰਥ ਲੈ ਲਏ ਜਾਣ ਕਿ ਹਮ ਨਹੀਂ ਚੰਗੇ, ਤੇ ਮੈਂ ਇਹਦਾ ਮੀਨਿੰਗ ਇਹ ਲੈ ਲਵਾਂ ਕਿ ਮੈਂ ਚੰਗਾ ਨਹੀਂ, ਬੁਰਾ ਨਹੀਂ ਕੋਈ, ਤੇ ਹੋਰ ਇਸ ਦੁਨੀਆ ਵਿੱਚ ਬੁਰਾ ਕੋਈ ਨਹੀਂ। ਜੇ ਅੱਖਰੀ ਅਰਥ ਲੈ ਲਏ ਜਾਣ ਤਾਂ ਫਿਰ ਤਾਂ ਮੈਂ ਆਪਣੇ ਆਪ ਨੂੰ ਬੁਰਾ ਮੰਨ ਲਾਂਗਾ ਤੇ ਸਾਰੀ ਦੁਨੀਆ ਕੀ ਫਿਰ ਚੰਗੀ ਹੋ ਗਈ। ਹਮ ਨਹੀਂ ਚੰਗੇ, ਮੈਂ ਚੰਗਾ ਨਹੀਂ ਹਾਂ, ਬੁਰਾ ਨਹੀਂ ਕੋਈ, ਦੁਨੀਆ ਵਿੱਚ ਹੋਰ ਕੋਈ ਬੁਰਾ ਹੈ ਹੀ ਨਹੀਂ। ਇਹਦਾ ਮਤਲਬ ਕਿ ਮੇਰੇ ਤੋਂ ਬਗੈਰ ਸਾਰੀ ਦੁਨੀਆ ਫਿਰ ਚੰਗੀ ਹੋਈ ਨਾ, ਆਖਰੀ ਅਰਥ ਹੀ ਨਿਕਲੇਗਾ ਨਾ। ਪਰ ਐਸਾ ਹੈ ਤਾਂ ਨਹੀਂ ਨਾ, ਮੇਰੇ ਤੋਂ ਇਲਾਵਾ ਵੀ ਬੁਰੇ ਲੋਕ ਬਹੁਤ ਨੇ। ਮੈਂ ਤਾਂ ਬੁਰਾ ਹੈ ਹੀ ਹਾਂ, ਪਰ ਮੇਰੇ ਤੋਂ ਇਲਾਵਾ ਵੀ ਬਹੁਤ ਬੁਰੇ ਨੇ। ਇਹਦਾ ਮੀਨਿੰਗ ਇਹ ਨਹੀਂ, ਇਹਦੇ ਪਿੱਛੇ ਨਾ ਬਹੁਤ ਗਹਿਰੀ ਇੱਕ ਭਾਵਨਾ ਹੈ। ਹਮ ਨਹੀਂ ਚੰਗੇ, ਇਹਦਾ ਮਤਲਬ ਕਿ ਮੈਂ ਪੂਰਨ ਤੌਰ ਤੇ ਚੰਗਾ ਨਹੀਂ ਹਾਂ, ਮੇਰੇ ਅੰਦਰ ਗਲਤੀਆਂ ਦੀ ਔਰ ਬੁਰਾਈਆਂ ਦੀ ਗੁੰਜਾਇਸ਼ ਹੈ। ਜੇ ਮੈਂ ਆਪਣੇ ਆਪ ਨੂੰ ਚੰਗਾ ਵੀ ਸਮਝਾਂ ਕਿ ਮੈਂ ਚੰਗਾ ਹਾਂ, ਚੰਗੇ ਕੰਮ ਕਰਦਾ, ਤਾਂ ਮੈਂ ਪੂਰਨ ਤੌਰ ਤੇ ਚੰਗਾ ਨਹੀਂ ਹਾਂ, ਮੇਰੇ ਅੰਦਰ ਬੁਰਾਈਆਂ ਦੀ, ਗਲਤੀਆਂ ਦੀ ਗੁੰਜਾਇਸ਼ ਹੈ। ਬੁਰਾ ਨਹੀਂ ਕੋਈ, ਤੇ ਬਾਕੀ ਜੋ ਦੁਨੀਆ ਤੁਸੀਂ ਬੁਰੀ ਕਹਿ ਰਹੇ ਹੋ ਨਾ, ਉਹ ਪੂਰਨ ਤੌਰ ਤੇ ਬੁਰੇ ਨਹੀਂ, ਉਹਨਾਂ ਦੇ ਅੰਦਰ ਵੀ ਚੰਗਿਆਈਆਂ ਦੀ ਗੁੰਜਾਇਸ਼ ਹੈ। ਦੂਜੇ ਦੇ ਅੰਦਰ ਵੀ ਗੁਣਾਂ ਦੀ ਗੁੰਜਾਇਸ਼ ਹੈ, ਚੰਗਿਆਈਆਂ ਦੀ ਗੁੰਜਾਇਸ਼ ਹੈ। ਮੰਨ ਲਓ ਸਪੋਜ਼ ਕਿ ਇੱਕ ਬੰਦਾ ਝੂਠ ਬੋਲਦਾ ਹੈ। ਦੇਖੋ, ਝੂਠ ਬੋਲਣਾ ਨਹੀਂ ਚਾਹੀਦਾ। ਮੈਂ ਕੋਈ ਝੂਠ ਨੂੰ ਮਤਲਬ ਇਹ ਨਹੀਂ ਕਹਿ ਰਿਹਾ ਵੀ ਝੂਠ ਬੋਲਣਾ ਬੜਾ ਚੰਗਾ ਹੈ। ਝੂਠ ਬੋਲਣਾ ਗਲਤ ਹੈ, ਬਿਲਕੁਲ ਸਰੇਆਮ ਗਲਤ। ਉਹਦਾ ਇਹ ਔਗਣ ਹੈ। ਲੇਕਿਨ ਹੋ ਸਕਦਾ ਹੈ ਕਿ ਉਹ ਕੰਪਿਊਟਰ ਦਾ ਜਾਂ ਹੋਰ ਕਿਸੇ ਚੀਜ਼ ਦਾ ਬਹੁਤ ਮਾਹਿਰ ਬੰਦਾ ਹੋਵੇ। ਗੁਣ ਤਾਂ ਉਹਦੇ ਵਿੱਚ ਵੀ ਹੈ ਨਾ, ਉਹਦੇ ਅੰਦਰ ਵੀ ਗੁੰਜਾਇਸ਼ ਹੈ ਕਿ ਉਹ ਸੱਚ ਬੋਲ ਸਕਦਾ ਹੈ। ਤਾਂ ਇਹ ਚੀਜ਼ ਨੂੰ ਲੈਣ ਦਾ ਯਤਨ ਕਰਨਾ ਹੈ ਕਿ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਗੁਣ, ਕੋਈ ਨਾ ਕੋਈ ਕੁਆਲਿਟੀ ਹੁੰਦੀ। ਜੇ ਅਸੀਂ ਉਸ ਬੰਦੇ ਦੇ ਅੰਦਰ ਉਸ ਕੁਆਲਿਟੀ ਨੂੰ ਪਛਾਣ ਲਈਏ ਔਰ ਅਸੀਂ ਹਰ ਇਨਸਾਨ ਦੇ ਗੁਣਾਂ ਨੂੰ ਵੇਖਣ ਦਾ ਯਤਨ ਕਰੀਏ, ਤਾਂ ਸਾਡੀ ਸੋਚ ਦੇ ਅੰਦਰ ਬਦਲਾਵ ਆਏਗਾ। ਦੂਜੀ ਗੱਲ ਕਿ ਅਸੀਂ ਆਪਣੇ ਆਪ ਨੂੰ ਨਿਰਾ ਚੰਗਾ ਸਮਝਣ ਦੀ ਬਜਾਏ ਇਹ ਵੀ ਗੁੰਜਾਇਸ਼ ਰੱਖੀ ਕਿ ਬੇਸ਼ੱਕ ਅਸੀਂ ਚੰਗੀ ਜ਼ਿੰਦਗੀ ਜੀ ਰਹੇ ਹਾਂ, ਪਰ ਕੋਈ ਨਾ ਕੋਈ ਬੁਰਾਈ ਮੇਰੇ ਵਿੱਚ ਹੋ ਸਕਦੀ ਹੈ। ਤਾਂ ਫਿਰ ਸਾਡੇ ਅੰਦਰੋਂ ਗਲਤੀਆਂ ਸੁਧਰਨ ਦੀ ਉਮੀਦ ਬਣ ਜਾਏਗੀ, ਸਾਡਾ ਹੋਰ ਵਿਕਾਸ ਦਾ ਰਾਸਤਾ ਖੁੱਲ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆ। ਜੋ ਰੱਬ ਦੇ ਪਿਆਰੇ ਨੇ ਉਹ ਆਪ ਵੀ ਰੱਬੀ ਗੁਣਾਂ ਤੋਂ ਬਲਿਹਾਰ ਜਾਂਦੇ ਨੇ, ਔਰ ਉਹ ਦੂਜਿਆਂ ਨੂੰ ਵੀ ਕਹਿੰਦੇ ਨੇ ਕਿ ਪਿਆਰਿਓ ਰੱਬ ਦੀ ਸਿਫਤ ਸਲਾਹ ਕਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ। ਜਿੰਨੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆ। ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਹਰ ਨਾਉ ਦਾ ਮਤਲਬ ਰੱਬ ਦਾ ਹੁਕਮ, ਰੱਬ ਦੀ ਸਿਫਤ ਸਲਾਹ, ਜੋ ਸੁਆਮੀ ਦੇ ਨਾਮ ਨੂੰ ਸੁਣ ਕੇ ਮੰਨਦੇ ਨੇ। ਜਿਨੀ ਸੁਣ ਮੰਨਿਆ ਹਰ ਨਾਉ, ਜਿਨ੍ਹਾਂ ਨੇ ਰੱਬੀ ਹੁਕਮ ਨੂੰ ਸੁਣਿਆ ਔਰ ਉਹਨੂੰ ਮੰਨ ਲਿਆ, ਰੱਬੀ ਗੁਣਾਂ ਨੂੰ ਸੁਣਿਆ ਔਰ ਉਹਨੂੰ ਮੰਨ ਲਿਆ। ਮੰਨ ਲਿਆ ਦਾ ਮਤਲਬ ਇੰਪਲੀਮੈਂਟ ਕਰ ਲਿਆ। ਤਿਨਾ ਹੋ ਵਾਰੀਆ, ਗੁਰੂ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਸਦਕੇ ਹਾਂ, ਮੈਂ ਉਹਨਾਂ ਤੋਂ ਕੁਰਬਾਨ ਹਾਂ, ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਹਰੀ ਦੀ ਸਿਫਤ ਸਲਾਹ, ਹਰੀ ਦੇ ਗੁਣ, ਹਰੀ ਦੇ ਹੁਕਮ ਨੂੰ ਸੁਣ ਕੇ ਮਨਨ ਕਰ ਲਿਆ, ਇੰਪਲੀਮੈਂਟ ਕਰ ਲਿਆ, ਅਮਲ ਕਰ ਲਿਆ। ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆ। ਗੁਰਮੁਖੀਆ ਦਾ ਮਤਲਬ ਗੁਰਮੁਖ, ਮੇਲ ਦਾ ਮਤਲਬ ਮਿਲਾ, ਮਿਲਾਵਣ ਹਾਰੀਆ ਦਾ ਮਤਲਬ
ਜੋ ਸਾਨੂੰ ਪ੍ਰਭੂ ਦੇ ਨਾਲ ਮਿਲਾ ਦੇਣ, ਜੋ ਸਾਨੂੰ ਗੁਣਾਂ ਦੇ ਨਾਲ ਜੋੜ ਦੇਣ। ਮਿਲਾਵਣ ਹਾਰੀਆ ਦਾ ਮਤਲਬ ਜਿਹੜੇ ਗੁਣਾਂ ਨਾਲ ਜੋੜ ਦੇਣ। ਹੇ ਪ੍ਰਭੂ, ਮੈਂ ਉਹਨਾਂ ਗੁਰਮੁਖਾਂ ਤੋਂ ਵਾਰਨੇ ਸਦਕੇ ਜਾਂਦਾ ਹਾਂ ਜੋ ਮੈਨੂੰ ਰੱਬ ਦੇ ਨਾਲ ਜੋੜਦੇ ਨੇ, ਜੋ ਮੈਨੂੰ ਰੱਬੀ ਰਾਹ ਦੀ ਸੂਝ ਪਾਣ, ਜੋ ਮੈਨੂੰ ਰੱਬੀ ਗੁਣਾਂ ਦੀ ਸੂਝ ਦੇਣ, ਸਾਂਝ ਦੇਣ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਜੋ ਸਾਨੂੰ ਰੱਬੀ ਗੁਣਾਂ ਦੇ ਨਾਲ ਜੋੜ ਦੇਣ, ਉਹੀ ਸਾਡਾ ਸੱਜਣ ਮਿੱਤਰ ਹੈ। ਉਹਨਾਂ ਹਰੀ ਨੂੰ ਮਿਲਾਉਣ ਵਾਲਿਆਂ ਤੋਂ ਮੈਂ ਸਦਕੇ ਜਾਂਦਾ ਹਾਂ, ਉਹਨਾਂ ਦਾ ਮੈਨੂੰ ਮੇਲ ਕਰਾ ਜਿਹੜੇ ਮੈਨੂੰ ਰੱਬ ਦੇ ਨਾਲ ਮਿਲਾ ਦੇਣ। ਤਾਂ ਇਸ ਦਾ ਭਾਵ ਕਿ ਸਾਨੂੰ ਐਸੇ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਰੱਬੀ ਰਜਾ ਵਿੱਚ ਤੁਰਦੇ, ਰੱਬੀ ਗੁਣਾਂ ਦੇ ਧਾਰਨੀ, ਪ੍ਰਭੂ ਦਾ ਰੂਪ ਹੋਏ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ। ਉਹਨਾਂ ਦੀ ਸੰਗਤ ਕਰਨ ਦੇ ਨਾਲ ਸਾਡੇ ਅੰਦਰ ਵੀ ਉਤਸ਼ਾਹ ਜਾਗੇਗਾ। ਹੋਂ ਬਲ ਜਾਵਾਂ ਦਿਨ ਰਾਤ, ਗੁਰ ਦੇਖਣ ਹਾਰੀਆ। ਗੁਰ ਦੇਖਣ ਹਾਰੀਆ ਦਾ ਮਤਲਬ ਜੋ ਗੁਰੂ ਦੇ ਦਰਸ਼ਨ ਕਰਦੇ ਨੇ, ਯਾਨੀ ਜੋ ਗੁਰੂ ਦੇ ਰਾਹਾਂ ਤੇ ਚੱਲਦੇ ਨੇ। ਮੈਂ ਉਹਨਾਂ ਤੋਂ ਦਿਨ ਰਾਤ ਬਲਿਹਾਰ ਹਾਂ। ਸਤਿਗੁਰੂ ਦੇ ਦਰਸ਼ਨ ਕਰਨ ਵਾਲਿਆਂ ਤੋਂ ਮੈਂ ਦਿਨ ਰਾਤ ਵਾਰਨੇ ਸਦਕੇ ਹਾਂ। ਜੋ ਗੁਰੂ ਦੇ ਦਰਸ਼ਨ ਕਰਦੇ ਨੇ, ਮੀਨਸ ਜੋ ਗੁਰੂ ਦੀ ਫਿਲਾਸਫੀ ਦੀ ਵਿਚਾਰ ਕਰਦੇ ਨੇ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਜੋ ਗੁਰਮਤ ਆਸ਼ੇ ਅਨੁਸਾਰ ਜੀਵਨ ਜੀ ਰਹੇ ਨੇ, ਮੈਂ ਉਹਨਾਂ ਤੋਂ ਬਲਿਹਾਰ, ਉਹਨਾਂ ਤੋਂ ਵਾਰਨੇ ਸਦਕੇ ਔਰ ਕੋਲ ਘੁਮਾਈ ਹੁੰਦਾ ਹਾਂ, ਜੋ ਗੁਰੂ ਦੇ ਦੱਸੇ ਰਾਹਾਂ ਦੇ ਉੱਤੇ